तो पंजाब नूं तां मैं कहना इस खेती विचों 20-25 साल पहलां निकल जाना चाहिदा सी। कणक चौल दे विच पंजाब दा फ्यूचर नहीं हैगा। कित्थे ਚੱਲਿਆ कणक सुट्टण ਚੱਲਿਆ मैं कहा भी तुसीं सुट्टण क्यों जानो 6 महीने दी मेहनत करके बेचण जाया करो। ਇਹੋ ਜਿਹਾ ਬਿੱਲ ਜਾਂ ਐਕਟ ਕੋਈ ਨਹੀਂ ਹੁੰਦਾ ਜਿਹੜਾ ਵਾਪਸ ਨਾ ਹੁੰਦਾ ਹੋਵੇ। ਇਹ 18 ਸਾਲ ਪੁਰਾਣਾ ਕਾਨੂੰਨ ਹੈ। ਜਦੋਂ ਸੈਂਟਰ ਸਰਕਾਰ ਅਜੇ ਸੋਚ ਵੀ ਨਹੀਂ ਰਹੀ ਸੀ ਉਦੋਂ ਪੰਜਾਬ ਨੇ ਇੱਕ ਸੈਪਰੇਟ ਕੰਟਰੈਕਟ ਫਾਰਮਿੰਗ ਐਕਟ ਬਣਾਇਆ ਆਪਣਾ। ਪੰਜਾਬ ਦਾ ਖੇਤੀ ਸੰਕਟ ਹੈ, ਇਹ ਕਿਵੇਂ ਹੱਲ ਹੋ ਸਕਦਾ ਹੈ? ਜੇ ਖੇਤੀ ਬਿੱਲ ਇਹ ਰੱਦ ਵੀ ਹੋ ਜਾਣਗੇ ਪੰਜਾਬ ਦੇ ਖੇਤੀ ਸੈਕਟਰ ਦੀ ਸਮੱਸਿਆ ਦਾ ਹੱਲ ਨਹੀਂ ਹੋਏਗਾ। ਕਿ ਕੋਵਿਡ ਦੇ ਟਾਈਮ ਵੀ ਪੰਜਾਬ ਦੇ ਵਿੱਚ 97% ਕਿਸਾਨਾਂ ਨੂੰ ਵੀਟ ਦੀ MSP ਮਿਲੀ। ਉਹ 'ਚ ਕਿਸਾਨ ਇੰਨਾ ਦੁਖੀ ਹੋ ਚੁੱਕਿਆ ਉਹ ਆਪਣੇ 5 ਬੰਦਿਆਂ ਦਾ ਫੈਮਿਲੀ ਮੈਂਬਰ ਦਾ ਪੇਟ ਤੱਕ ਨਹੀਂ ਭਰ ਪਾ ਰਿਹਾ ਤੇ ਉਹ ਫਿਰ ਕਹਿੰਦਾ ਵੀ ਚਲੋ ਹੱਥ ਧੋ ਲਓ ਜ਼ਿੰਦਗੀ ਤੋਂ। ਜਿਹੜੀ ਸਰਕਾਰ ਮੰਡੀਆਂ ਖੋਲ੍ਹ ਰਹੀ ਹੈ ਉਹੀ ਸਰਕਾਰ ਉਸੇ ਟਾਈਮ ਕਿਵੇਂ ਪ੍ਰਾਈਵੇਟ ਸੈਕਟਰ ਨੂੰ ਕਹਿ ਦੂ ਕਿ ਤੁਸੀਂ ਇਦੋਂ ਥੱਲੇ ਨਹੀਂ ਖਰੀਦ ਸਕਦੇ। ਪੰਜਾਬ ਨੇ 2017 ਤੱਕ ਉਸ ਤਰ੍ਹਾਂ ਦਾ ਕੋਈ ਮੰਡੀ ਸੁਧਾਰ ਨਹੀਂ ਕੀਤਾ ਸੀ। ਕੰਪਨੀ ਕਿਸਾਨ ਤੋਂ ਖੇਤੀ ਨਾ ਕਰਵਾ ਕੇ ਕਿਸਾਨ ਦੀ ਜ਼ਮੀਨ ਠੇਕੇ ਤੇ ਲੈ ਕੇ ਖੁਦ ਵੀ ਖੇਤੀ ਕਰ ਸਕਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਵਾਂਗੇ ਜਿਹੜੀ ਕਿ ਖੇਤੀ ਕਾਨੂੰਨਾਂ ਦੇ ਸੰਬੰਧ ਵਿੱਚ ਡੂੰਘਾਈ ਦੇ ਵਿੱਚ ਜਾਣਕਾਰੀ ਰੱਖਦੀ ਹੈ, ਉਹਦੇ ਉੱਤੇ ਰਿਸਰਚ ਕਰਦੀ ਹੈ। ਉਹਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਚਾਹੇ ਉਹ ਰਾਜ ਸਰਕਾਰਾਂ ਨੇ, ਸੂਬਾ ਸਰਕਾਰਾਂ ਨੇ, ਚਾਹੇ ਕੇਂਦਰ ਸਰਕਾਰਾਂ ਦੇ ਨਾਲ ਜਿਹੜੇ ਐਕਸਪਰਟ ਦੇ ਤੌਰ ਉੱਤੇ ਵੀ ਵੱਡੀ ਭੂਮਿਕਾ ਨਿਭਾਉਂਦੇ ਨੇ। ਕਿਸਾਨ ਪੱਖੀ ਗੱਲ ਕਰਦੇ ਨੇ ਜਿਹੜੀ ਕਿ ਸਰਕਾਰਾਂ ਨੂੰ ਕੌੜੀ ਵੀ ਲੱਗਦੀ ਆ। ਅਜਿਹੀ ਸ਼ਖਸੀਅਤ ਦਾ ਨਾਂ ਹੈ ਪ੍ਰੋਫੈਸਰ ਸੁਖਪਾਲ ਸਿੰਘ। ਪ੍ਰੋਫੈਸਰ ਸੁਖਪਾਲ ਸਿੰਘ ਪਿਛਲੇ 30 ਸਾਲਾਂ ਤੋਂ ਖੇਤੀ ਤੇ ਐਗਰੀਕਲਚਰ ਮਾਰਕੀਟਿੰਗ ਦੇ ਮੁੱਦਿਆਂ ਦੇ ਉੱਤੇ ਪੜ੍ਹਾ ਰਹੇ ਨੇ ਤੇ ਖੋਜ ਕਰ ਰਹੇ ਨੇ। ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਵਿੱਚ ਪਿਛਲੇ 17 ਸਾਲਾਂ ਤੋਂ ਕੰਮ ਕਰ ਰਹੇ ਨੇ। ਵਿਦਿਆਰਥੀਆਂ ਨੂੰ ਉੱਥੇ ਪੜ੍ਹਾਉਂਦੇ ਨੇ ਤੇ ਖੋਜ ਦੇ ਉੱਤੇ ਕੰਮ ਕਰਦੇ ਨੇ। ਤੇ ਇਸ ਤੋਂ ਪਹਿਲਾਂ ਉਹ 12 ਸਾਲ ਇੰਸਟੀਚਿਊਟ ਆਫ ਰੂਰਲ ਮੈਨੇਜਮੈਂਟ ਆਨੰਦ, ਜਿਹੜਾ ਕਿ ਗੁਜਰਾਤ ਦੇ ਵਿੱਚ ਹੈਗਾ, ਦੇਸ਼ ਦਾ ਭਾਰਤ ਦਾ ਸਭ ਤੋਂ ਵੱਡਾ ਉਹ ਵੀ ਇੰਸਟੀਚਿਊਟ ਹੈ। ਜਿਵੇਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਭਾਰਤ ਦਾ ਸਭ ਤੋਂ ਵਿਕਾਰੀ ਇੰਸਟੀਚਿਊਟ ਹੈ। ਅਹਿਮ ਜਿਹੜੇ ਵਿਦਿਅਕ ਸਥਾਨ ਨੇ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ 'ਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਆਉਂਦਾ। ਉੱਥੇ ਉਹ ਪ੍ਰੋਫੈਸਰ ਦੀ ਵਜੋਂ ਸੇਵਾ ਨਿਭਾ ਰਹੇ ਨੇ। ਅਤੇ ਕੇਂਦਰ ਅਤੇ ਰਾਜ ਸਰਕਾਰਾਂ ਜਿਵੇਂ ਪੰਜਾਬ, ਛੱਤੀਸਗੜ੍ਹ ਦੀਆਂ ਜਿਹੜੀਆਂ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ, ਹੋਰ ਐਕਸਪਰਟ ਦੇ ਮੁੱਦਿਆਂ ਉੱਤੇ ਕਮੇਟੀਆਂ ਬਣਦੀਆਂ, ਉਹਦੇ ਮੈਂਬਰ ਵੀ ਰਹਿੰਦੇ ਨੇ ਅਤੇ ਉੱਥੇ ਐਕਸਪਰਟ ਦੇ ਤੌਰ ਉੱਤੇ ਆਪਣੀ ਜਿਹੜੀ ਰਾਏ ਬੜੇ ਹੀ ਧੜੱਲੇ ਨਾਲ ਰੱਖਦੇ ਨੇ। ਅਤੇ ਇਸ ਦੇ ਇਲਾਵਾ ਜਿਹੜਾ ਆਪਣਾ ਨੀਤੀ ਕਮਿਸ਼ਨ ਹੈ, ਨੀਤੀ ਆਯੋਗ ਹੈ ਭਾਰਤ ਸਰਕਾਰ ਦਾ, ਉਹਦੇ ਵਿੱਚ ਵੀ ਐਕਸਪਰਟ ਦੇ ਤੌਰ ਉੱਤੇ ਉਹ ਆਪਣੀ ਰਾਏ ਰੱਖਦੇ ਨੇ। ਭਾਰਤ ਸਰਕਾਰ ਉਹਨਾਂ ਦੀ ਰਾਏ ਲੈਂਦੀ ਹੈ ਅਤੇ ਕਿਸਾਨ ਜਥੇਬੰਦੀਆਂ ਵੀ ਉਹਨਾਂ ਦੀ ਰਾਏ ਲੈਂਦੀਆਂ ਨੇ। ਪ੍ਰੋਫੈਸਰ ਸੁਖਪਾਲ ਸਿੰਘ ਬਾਰੇ ਅਸੀਂ ਤੁਹਾਨੂੰ ਹੋਰ ਦੱਸਦੇ ਹਾਂ। ਪ੍ਰੋਫੈਸਰ ਸੁਖਪਾਲ ਸਿੰਘ ਜੀ 2010 ਤੋਂ ਲੈ ਕੇ ਸਾਲ 2010 ਤੋਂ ਲੈ ਕੇ ਇੱਕ ਜਰਨਲ ਜਿਹੜਾ ਕਿ ਜਿਹਦਾ ਨਾਂ ਹੈ ਮਿਲੇਨੀਅਮ ਏਸ਼ੀਆ ਇੰਟਰਨੈਸ਼ਨਲ ਜਰਨਲ ਆਫ ਏਸ਼ੀਅਨ ਸਟੱਡੀਜ਼ ਦੇ ਐਡੀਟਰ ਰਹੇ ਹਨ। ਅਤੇ ਰਾਸ਼ਟਰੀ ਪੱਧਰ 'ਤੇ ਰਿਸਰਚ ਵੀ ਉਹਨਾਂ ਦੇ ਕਈ ਆਰਟੀਕਲ ਛਪੇ ਨੇ, ਰਿਸਰਚ ਪੇਪਰਸ ਛਪੇ ਨੇ। ਪਿਛਲੇ 1 ਸਾਲ ਤੋਂ ਨਵੇਂ ਖੇਤੀ ਕਾਨੂੰਨ ਨੇ ਜਿਹੜੇ ਅਤੇ ਕਿਸਾਨੀ ਮੁੱਦਿਆਂ ਦੇ ਉੱਤੇ ਉਹ ਆਪਣੀ ਰਾਏ ਜਿਹੜੀ ਕਿ ਬੜੇ ਬੇਬਾਕੀ ਦੇ ਨਾਲ ਮੀਡੀਆ ਦੇ ਸਾਹਮਣੇ ਅਤੇ ਲੋਕਾਂ ਦੇ ਸਾਹਮਣੇ ਅਤੇ ਕਿਸਾਨ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਰੱਖਦੇ ਆ ਰਹੇ ਨੇ, ਸਾਂਝੀ ਕਰਦੇ ਆ ਰਹੇ ਨੇ ਅਤੇ ਕਿਸਾਨਾਂ ਨੂੰ ਇੱਕ ਸੇਧ ਦੇ ਰਹੇ ਨੇ। ਇਹ ਤਾਂ ਅਸੀਂ ਡਿਟੇਲ ਦੇ ਵਿੱਚ ਉਹਨਾਂ ਬਾਰੇ ਚਾਨਣਾ ਪਾਇਆ, ਪਰ ਮੋਟੇ ਤੌਰ 'ਤੇ ਜੇ ਅਸੀਂ ਕਹੀਏ ਤਾਂ ਉਹ ਇੱਕ ਅਜਿਹੀ ਸ਼ਖਸੀਅਤ ਦੇ ਮਾਲਕ ਨੇ ਜਿਹੜੀ ਕਿਸਾਨੀ ਦੇ ਮੁੱਦੇ ਉੱਤੇ ਜਜ਼ਬਾ ਰੱਖਦੀ ਹੈ, ਕਿਸਾਨੀ ਦੇ ਨਾਲ ਕੁਛ ਕਰਨ ਮਰਨ ਦਾ। ਅਤੇ ਅੱਜ ਅਸੀਂ ਪੰਜਾਬੀਆਂ ਦੇ ਅਤੇ ਖਾਸ ਕਰਕੇ ਸਾਡੇ ਦਰਸ਼ਕਾਂ ਦੇ ਉਹਨਾਂ ਦੇ ਰੂਬਰੂ ਕਰਨ ਜਾ ਰਹੇ ਹਾਂ ਪ੍ਰੋਫੈਸਰ ਸੁਖਪਾਲ ਸਿੰਘ ਜੀ ਨੂੰ। ਸੁਖਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਪ੍ਰੋਫੈਸਰ ਸਤਿ ਸ੍ਰੀ ਅਕਾਲ ਨਿਰਮਲ, ਧੰਨਵਾਦ ਮੈਨੂੰ ਇੱਥੇ ਬੁਲਾਉਣ ਲਈ। ਪਹਿਲੀ ਵਾਰ ਮੈਂ ਪ੍ਰਾਈਮ ਏਸ਼ੀਆ ਸਟੂਡੀਓ 'ਚ ਆਇਆ, ਬਹੁਤ ਅੱਛਾ ਲੱਗ ਰਿਹਾ। ਧੰਨਵਾਦ ਪ੍ਰੋਫੈਸਰ ਸਾਹਿਬ, ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਪ੍ਰੋਫੈਸਰ ਸਾਹਿਬ, ਅਸੀਂ ਗੱਲ ਕਰਾਂਗੇ ਸਿੱਧੀ ਪੰਜਾਬ ਅਤੇ ਪੰਜਾਬੀਆਂ ਦੀ। ਜਿਹੜੇ ਇਹ ਨਵੇਂ ਖੇਤੀ ਕਾਨੂੰਨ ਕੇਂਦਰ ਸਰਕਾਰ, ਮੋਦੀ ਸਰਕਾਰ ਲੈ ਕੇ ਆਈ ਆ, ਲਗਾਤਾਰ 11 ਮਹੀਨੇ ਹੋ ਗਏ ਨੇ ਜੀ ਬਾਰਡਰ ਦੇ ਉੱਤੇ ਕਿਸਾਨ ਸੰਘਰਸ਼ ਕਰ ਰਹੇ ਨੇ। 700 ਦੇ ਕਰੀਬ ਕਿਸਾਨ ਸਾਡੇ ਸ਼ਹੀਦ ਵੀ ਹੋ ਚੁੱਕੇ ਨੇ। ਇਹ ਅਸਲ ਦੇ ਵਿੱਚ ਖੇਤੀ ਕਾਨੂੰਨ ਹੈ ਕੀ ਨੇ ਜੀ, ਅਤੇ ਪੰਜਾਬ ਲਈ ਇਹ
ਕਿੰਨੇ ਕੁ ਘਾਤਕ ਨੇ? ਦੇਖੋ, ਮੈਂ ਇੱਕ ਗੱਲ ਸ਼ੁਰੂ ਕਰ ਦੇਣਾ ਇਸ ਚੀਜ਼ ਤੇ, ਕਿਉਂਕਿ ਖੇਤੀ ਸੁਧਾਰਾਂ ਦਾ ਜਿਹੜਾ ਖੇਤੀ ਦੀ ਮੰਡੀ ਦੇ ਸੁਧਾਰਾਂ ਦਾ ਜਿਹੜਾ ਮਾਮਲਾ ਹੈ, ਇਹ ਕੋਈ ਨਵਾਂ ਨਹੀਂ ਹੈ ਜੀ। ਇਹ ਚੱਲਦਾ ਆਇਆ ਹੈ। 2003 ਤੋਂ ਸੈਂਟਰ ਗੌਰਮੈਂਟ ਨੇ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਮਾਡਲ APMC ਐਕਟ ਬਣਾਇਆ ਗਿਆ ਸੀ 2003 ਦੇ ਵਿੱਚ, ਜਿਹੜੇ ਆਪਣੀ ਮੰਡੀਆਂ ਨੇ, ਦਾਣਾ ਮੰਡੀਆਂ ਜਾਂ ਸਬਜ਼ੀ ਮੰਡੀਆਂ, ਇਹਨਾਂ ਨਾਲ ਜਿਹੜੇ ਕਾਨੂੰਨ ਉਹਨਾਂ ਨੂੰ ਰੈਗੂਲੇਟ ਕੀਤਾ ਜਾਂਦਾ, ਉਹਨਾਂ ਦਾ ਮਤਲਬ ਉਹਨਾਂ ਦੀ ਵੀ ਉਹਨਾਂ ਨੂੰ ਰੋਕਿਆ ਜਾਂਦਾ ਜਾਂ ਕੁਛ ਕਰਨ ਤੋਂ, ਜਾਂ ਨਿਯਮ ਰੱਖੇ ਜਾਂਦੇ ਨੇ ਵੀ ਇੱਦਾਂ ਤੁਸੀਂ ਚਲਾਉਣੀ ਹੈ ਮੰਡੀ। ਉਹਦੇ ਵਿੱਚ ਨਾ ਸੁਧਾਰ ਕਰਨ ਦੀ ਗੱਲ ਕੀਤੀ ਪਹਿਲੀ ਵਾਰ ਮਿਨਿਸਟਰੀ ਆਫ ਐਗਰੀਕਲਚਰ ਨੇ, ਸੈਂਟਰ ਗੌਰਮੈਂਟ ਨੇ, ਕਿ ਹੁਣ ਮੰਡੀਆਂ ਬਦਲ ਰਹੀਆਂ ਨੇ, ਕੱਲੀ APMC ਨਾਲ ਆਪਣਾ ਕੰਮ ਨਹੀਂ ਚੱਲਣਾ, ਕਿਉਂਕਿ ਸਾਰੇ ਕਿਸਾਨ APMC ਮੰਡੀ ਤੱਕ, ਦਾਣਾ ਮੰਡੀ ਤੱਕ ਨਹੀਂ ਆ ਸਕਦੇ, ਘੱਟ ਮਾਲ ਹੁੰਦਾ, ਕੋਲ ਦੂਰ ਹੁੰਦੇ ਨੇ। ਪੰਜਾਬ ਦੇ ਵਿੱਚ ਤਾਂ ਫਿਰ ਮੰਡੀਆਂ ਦੀ ਸਥਿਤੀ ਠੀਕ ਹੈ, ਜਗ੍ਹਾ ਜਗ੍ਹਾ ਮੰਡੀਆਂ ਨੇ। ਕਈ ਰਾਜਾਂ ਦੇ ਵਿੱਚ ਤਾਂ APMC ਮੰਡੀਆਂ ਇੱਕ ਜ਼ਿਲ੍ਹੇ ਵਿੱਚ ਇੱਕੋ ਹੀ ਹੈ ਜਾਂ ਦੋ ਹੀ ਨੇ, ਤਾਂ ਕਿਸਾਨਾਂ ਨੂੰ 20, 30, 40, 50 ਕਿਲੋਮੀਟਰ ਚੱਲ ਕੇ ਜਾਣਾ ਪੈਂਦਾ ਸੀ। ਤਾਂ 2003 ਦੇ ਵਿੱਚ ਪਹਿਲੀ ਵਾਰ ਸੈਂਟਰ ਗੌਰਮੈਂਟ ਨੇ ਇੱਕ ਮਾਡਲ APMC ਐਕਟ ਲਿਆਂਦਾ। ਰਾਜਾਂ ਨੂੰ ਕਿਹਾ ਗਿਆ ਕਿ ਵਿਸ਼ਾ ਤੁਹਾਡਾ ਇਹ ਕਾਨੂੰਨ ਤੁਸੀਂ ਤੇ ਬਣਾਇਆ ਪਹਿਲਾਂ ਤੋਂ ਹੀ 1960 ਤੋਂ 65 ਤੋਂ, ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਨਵੇਂ ਚੈਨਲ ਇਹਦੇ ਵਿੱਚ ਖੋਲ੍ਹੋ ਕਿਸਾਨਾਂ ਲਈ, ਤਾਂ ਕਿ ਕਿਸਾਨ ਨੂੰ ਚੋਇਸ ਮਿਲ ਸਕੇ ਕਿ ਕਿਹਨੂੰ ਵੇਚਣਾ ਹੈ, ਕਿੱਥੇ ਵੇਚਣਾ ਹੈ। ਤਾਂ ਉਹਨਾਂ ਨੇ ਕਿਹਾ ਕਿ 3 ਚੀਜ਼ਾਂ ਦੇ ਤੁਸੀਂ ਨਵੀਆਂ ਲਿਆਓ। ਇੱਕ ਤਾਂ ਤੁਸੀਂ ਇਹਦੇ ਵਿੱਚ ਡਾਇਰੈਕਟ ਪਰਚੇਜ ਕਰਨ ਦੀ ਇਜਾਜ਼ਤ ਦਿਓ। ਕੋਈ ਕੰਪਨੀ ਹੈ ਉਹ ਮੰਡੀ ਵਿੱਚ ਜਾ ਕੇ ਨਹੀਂ ਖਰੀਦਣਾ ਚਾਹੁੰਦੀ, ਸਿੱਧਾ ਕਿਸਾਨ ਤੋਂ ਖਰੀਦਣਾ ਚਾਹੁੰਦੀ ਹੈ। ਜਿਵੇਂ ਆਪਣੀ ਸਾਰੀਆਂ ਇਹ ਸੁਪਰ ਮਾਰਕੀਟ ਨੇ, ਬਿਰਲਾਜ਼ ਮੋਰ ਹੋਵੇ, ਰਿਲਾਇੰਸ ਫਰੈਸ਼ ਹੋਵੇ, ਇਹਨਾਂ ਨੂੰ ਕਿਉਂਕਿ ਇਹਨਾਂ ਨੇ ਪੈਰੀਸ਼ੇਬਲ ਪ੍ਰੋਡਿਊਸ ਖਰੀਦਣਾ ਹੁੰਦਾ। ਕਿਸਾਨ ਜਿਹੜਾ ਸਬਜ਼ੀਆਂ ਪੈਦਾ ਕਰਦਾ, ਫਲ ਪੈਦਾ ਕਰਦਾ, ਉਹ ਮੰਡੀ ਦੇ ਸਿਸਟਮ ਜਾਂਦੇ ਜਾਂਦੇ ਕਈ ਵਾਰ ਬਹੁਤ ਖਰਾਬ ਵੀ ਹੋ ਜਾਂਦਾ ਹੈ। ਅਤੇ ਜੇ ਡਾਇਰੈਕਟਲੀ ਖਰੀਦਣਾ ਚਾਹੁਣ ਇਹ, ਤਾਂ ਉਹਨਾਂ ਨੂੰ ਤੁਹਾਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਮੰਡੀ ਵੱਲੋਂ ਹੀ, ਮੰਡੀ ਸਮਿਤੀ ਵੱਲੋਂ ਹੀ। ਦੂਜਾ ਚੈਨਲ ਜਿਹੜਾ ਸੀਗਾ ਕੰਟਰੈਕਟ ਫਾਰਮਿੰਗ, ਕਿ ਬਈ ਕੰਪਨੀਆਂ ਇਹੋ ਜਿਹਾ ਮਾਲ ਅੱਜ ਕੱਲ੍ਹ ਲੱਭ ਰਹੀਆਂ ਨੇ ਪ੍ਰੋਸੈਸਿੰਗ ਵਾਸਤੇ, ਐਕਸਪੋਰਟ ਵਾਸਤੇ, ਜਿਹੜਾ ਮੰਡੀਆਂ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਕਿਸਾਨ ਜਾਂ ਤਾਂ ਉਹਨੂੰ ਪੈਦਾ ਨਹੀਂ ਕਰਦਾ, ਜਾਂ ਫਿਰ ਮੰਡੀ ਪਹੁੰਚਦੇ ਉਹਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ। ਤਾਂ ਜੇ ਕੋਈ ਕੰਪਨੀ ਐਸਾ ਮਾਲ ਪੈਦਾ ਕਰਾਉਣਾ ਚਾਹੁੰਦੀ ਹੈ ਕਿਸਾਨ ਤੋਂ ਜਿਹਦੀ ਉਹਨੂੰ ਜ਼ਰੂਰਤ ਹੈ, ਤਾਂ ਉਹਨੂੰ ਕਿਸਾਨ ਤੋਂ ਮਾਲ ਪੈਦਾ ਕਰਵਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਤਾਂ ਉਹ ਦੂਜਾ ਚੈਨਲ ਹੋ ਗਿਆ। ਤੀਜਾ ਚੈਨਲ ਸੀਗਾ ਕਿ APMC ਮੰਡੀ ਤਾਂ ਇੱਕ ਮੰਡੀ ਹੈ, ਇੱਕ ਯਾਰਡ ਹੈ ਜਾਂ ਸਬ ਯਾਰਡ ਹੈ। ਇਹ ਕਿਉਂ ਨਹੀਂ ਕਿ ਕਿਸਾਨ ਜਦੋਂ ਮੰਡੀ ਮਾਲ ਲੈ ਕੇ ਆਉਂਦਾ, ਉਹਦੇ ਕੋਲ ਇਹ ਚੋਇਸ ਵੀ ਹੋਣੀ ਚਾਹੀਦੀ ਹੈ, ਮੰਡੀ ਇੱਕ A ਚਲੇ ਜਾਵਾਂ ਕਿ ਮੰਡੀ B ਜਾਂ ਮੰਡੀ C ਚਲੇ ਜਾਵਾਂ ਮੈਂ। ਇਸ ਕਰਕੇ ਪ੍ਰਾਈਵੇਟ ਹੋਲਸੇਲ ਮੰਡੀਆਂ ਬਣਾਉਣ ਦੀ ਵੀ ਇੱਥੇ ਇਜਾਜ਼ਤ ਹੋਣੀ ਚਾਹੀਦੀ ਹੈ ਹਰ ਰਾਜ ਦੇ ਵਿੱਚ। ਜੇ ਕੋਈ ਪ੍ਰਾਈਵੇਟ ਪਾਰਟੀ, ਚਾਹੇ ਰਿਲਾਇੰਸ ਹੋਵੇ, ਚਾਹੇ ਕੋਈ ਹੋਰ ਵੱਡੀ ਕੰਪਨੀ ਹੋਵੇ, ਜਾਂ ਕੋਈ ਛੋਟਾ ਗਰੁੱਪ ਹੋਵੇ, ਉਹ ਪ੍ਰਾਈਵੇਟ ਮੰਡੀ APMC ਤਰ੍ਹਾਂ ਬਣਾ ਕੇ ਚਲਾਉਣਾ ਚਾਹੁੰਦਾ, ਉਹਨੂੰ ਜਿੱਥੇ ਖਰੀਦਣ ਵਾਲਾ ਅਤੇ ਵੇਚਣ ਵਾਲਾ ਦੋਨੇ ਆ ਕੇ ਆਪਣਾ ਟ੍ਰਾਂਜੈਕਸ਼ਨ ਕਰ ਸਕਣ, ਉਹ ਵੀ। ਤਾਂ ਇਹ 3 ਨਵੇਂ ਚੈਨਲ ਮਾਡਲ ਐਕਟ ਦੇ ਥਰੂ ਖੋਲ੍ਹੇ ਗਏ। ਅਤੇ ਚੱਲਦੇ ਕਿਸੇ ਨੇ 2005 'ਚ, ਕਿਸੇ ਨੇ 2007, ਸਾਰੇ ਰਾਜਾਂ ਨੇ ਇਸ ਚੀਜ਼ ਨੂੰ ਮੰਨ ਲਿਆ ਲਗਭਗ। ਕਿਸੇ ਨੇ 90%, ਕਿਸੇ 70%, ਕਿਸੇ ਨੇ 50%, ਕਿਸੇ ਨੇ ਜਲਦੀ, ਕਿਸੇ ਨੇ ਲੇਟ। ਉਹ ਸਾਰਾ ਹੋਇਆ। ਉਦੋਂ ਬਾਅਦ ਫਿਰ ਇਹਨਾਂ ਨੇ ਕੀਤਾ ਕਿ ਬਈ ਸਟੇਟ ਨੇ ਜਿਹੜੇ ਉਹ ਜਲਦਬਾਜ਼ੀ ਨਹੀਂ ਕਰ ਰਹੇ ਜਿੰਨੀ ਹੋਣੀ ਚਾਹੀਦੀ, ਮੰਡੀਆਂ ਉਨੀਆਂ ਖੁੱਲ੍ਹਣੀਆਂ ਚਾਹੀਦੀਆਂ ਜਿੰਨੀਆਂ। ਅਤੇ ਇਸ ਪੰਜਾਬ ਖਾਸ ਕਰਕੇ ਬਹੁਤ ਫਾਡੀ ਰਿਹਾ। ਮੈਂ ਕਹਿਣਾ ਚਾਹੂੰਗਾ ਖਾਸ ਤੌਰ 'ਤੇ ਕਿ ਪੰਜਾਬ ਨੇ 2017 ਤੱਕ ਉਸ ਤਰ੍ਹਾਂ ਦਾ ਕੋਈ ਮੰਡੀ ਸੁਧਾਰ ਨਹੀਂ ਕੀਤਾ ਸੀ। ਸਿਰਫ 2006 ਦੇ ਵਿੱਚ ਛੋਟਾ ਜਿਹਾ ਇੱਕ ਪ੍ਰਾਈਵੇਟ ਮੰਡੀ ਨੂੰ ਬਣਾਉਣ ਦਾ ਬਿੱਲ ਲੈ ਕੇ ਆਏ ਸੀ, ਅਤੇ ਉਹ ਵੀ ਲਾਗੂ ਨਹੀਂ ਪ੍ਰੋਪਰਲੀ ਹੋਇਆ। ਕੋਈ ਪ੍ਰਾਈਵੇਟ ਮੰਡੀ ਪੰਜਾਬ 'ਚ ਅੱਜ ਤੱਕ ਨਹੀਂ ਬਣੀ। ਅਤੇ ਉਦੋਂ ਬਾਅਦ ਇਹ ਸਾਰਾ ਹੋ ਰਿਹਾ ਸੀ UPA ਦੇ ਟਾਈਮ। ਕੋਈ 2004 ਤੋਂ UPA ਆ ਗਿਆ ਸੀ, ਕਾਂਗਰਸ, ਯੂਨਾਈਟਿਡ ਜਾਂ ਕਾਂਗਰਸ ਕਹਿ ਲਓ ਤੁਸੀਂ, ਚਲੋ ਹਾਂ, ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ, ਅਤੇ ਕਾਂਗਰਸ ਲੈਡ। ਤਾਂ ਉਹਨਾਂ ਨੇ ਫਿਰ ਰਾਹੁਲ ਗਾਂਧੀ ਨੇ ਇੱਕ ਹੋਰ ਨਵੀਂ ਗੱਲ ਜਿਹੜੀ ਕੀਤੀ ਜਦੋਂ ਦੂਜੀ ਟਰਮ 'ਚੋਂ ਆਏ, ਕਿ ਵੀ ਜਿਹੜੀ ਫਲ ਅਤੇ ਸਬਜ਼ੀ ਹੈ, ਇਹ ਜਲਦੀ ਖਰਾਬ ਹੋਣ ਵਾਲੀਆਂ ਫਸਲਾਂ ਨੇ, ਇਹਨਾਂ ਦੇ ਵਿੱਚ ਮੰਡੀ ਵਾਲਾ ਸਿਸਟਮ ਨਹੀਂ ਹੋਣਾ ਚਾਹੀਦਾ ਕਿ ਪਹਿਲਾਂ ਮੰਡੀ 'ਚ ਲੈ ਕੇ ਆਓ, ਫਿਰ ਵੇਚੋ, ਫਿਰ ਉਹਦੇ ਫੀਸ ਭਰੋ, ਫਿਰ ਖਰੀਦਦਾਰ ਉਹਦੇ ਦੇ ਕੇ ਫੀਸ ਅੱਗੇ ਲੈ ਕੇ ਜਾਵੇ। ਉਹਨਾਂ ਨੇ ਕਰਤਾ ਵੀ ਫਲ ਅਤੇ ਸਬਜ਼ੀਆਂ ਨੂੰ ਤੁਸੀਂ APMC ਐਕਟ ਦੇ ਵਿੱਚੋਂ ਕੱਢ ਹੀ ਦਿਓ। ਇਹਨਾਂ ਦਾ ਕੋਈ ਰੈਗੂਲੇਸ਼ਨ ਨਹੀਂ ਹੋਣਾ ਚਾਹੀਦਾ, ਜਿੱਥੇ ਮਰਜ਼ੀ ਜੋ ਵੇਚੇ, ਜਿੱਥੇ ਮਰਜ਼ੀ ਜੋ ਖਰੀਦੇ। ਤਾਂ ਕਈ ਸਟੇਟਾਂ ਨੇ ਉਹ UPA ਸਰਕਾਰ ਦੀ ਗੱਲ ਮੰਨ ਕੇ ਫਰੂਟ ਅਤੇ ਵੈਜੀਟੇਬਲ ਨੂੰ ਕੱਢਤਾ ਮੰਡੀ ਦੇ ਰੈਗੂਲੇਸ਼ਨ। ਕਹਿੰਦੇ ਕੋਈ ਅਸੀਂ ਨਜ਼ਰਸਾਨੀ ਨਹੀਂ ਕਰਾਂਗੇ, ਜਿਹਨੇ ਖਰੀਦਣਾ ਜਿਵੇਂ ਮਰਜ਼ੀ ਖਰੀਦਣਾ, ਜਿੱਥੋਂ ਮਰਜ਼ੀ ਖਰੀਦੋ। ਮੈਂ ਉਹਦੇ ਵੀ ਖਿਲਾਫ ਸੀਗਾ, ਮੈਂ ਲਿਖਿਆ ਵੀ ਉਹਦੇ ਖਿਲਾਫ। ਫਿਰ ਆਪਣੀ ਆ ਗਈ NDA ਗੌਰਮੈਂਟ ਜਾਂ BJP ਗੌਰਮੈਂਟ ਕਹੋ, ਇਹਨਾਂ ਨੇ 2014 ਦੇ ਫਿਰ ਦੇਖਿਆ ਵੀ ਸੁਧਾਰ ਜਿਸ ਤਰ੍ਹਾਂ ਹੋਣੇ ਚਾਹੀਦੇ ਸੀ, ਲੱਗਿਆ ਇਹਨਾਂ ਨੂੰ ਵੀ ਉਨੀ ਮੰਡੀ ਖੁੱਲ੍ਹ ਨਹੀਂ ਰਹੀ। ਤਾਂ ਇਹਨਾਂ ਨੇ ਇੱਕ ਹੋਰ ਮਾਡਲ APMC ਐਕਟ 2017 ਲਿਆਂਦਾ। ਉਹਦੇ 'ਚ ਜਿਹੜੀ ਹਾਈਲਾਈਟ ਕਰਨਾ ਚਾਹੁੰਦਾ, ਸਭ ਤੋਂ ਵੱਡੀ ਗੱਲ ਜਿਹੜੀ ਕਹਿਣੀ ਚਾਹੁੰਦਾ, ਕਿ 2003 ਦੇ ਐਕਟ ਦੇ ਮੁਕਾਬਲੇ, ਮਾਡਲ ਐਕਟ ਦੇ ਮੁਕਾਬਲੇ 2017 ਵਾਲੇ ਮਾਡਲ ਐਕਟ ਦੇ ਵਿੱਚ ਇਹਨਾਂ ਨੇ 2-3 ਚੀਜ਼ਾਂ ਨਵੀਆਂ ਕੀਤੀਆਂ। ਇੱਕ ਤਾਂ ਇਹਨਾਂ ਨੇ ਪਸ਼ੂਆਂ ਦੀ ਮੰਡੀ ਦਾ ਕੰਮ ਵੀ ਇਸ ਐਕਟ ਦੇ ਥੱਲੇ ਲਿਆਂਦਾ, ਲਾਈਵ ਸਟਾਕ, ਕਿ ਜੇ ਕੋਈ ਪਸ਼ੂਆਂ ਦੀ ਮੰਡੀ ਚਲਾਉਣੀ ਆ, ਉਹ ਵੀ ਇਸ ਐਕਟ ਦੇ ਥੱਲੇ ਚੱਲੂਗੀ। ਪਹਿਲਾਂ ਅਲੱਗ ਹੁੰਦੀਆਂ ਸੀ ਉਹ ਬੰਨਤੀ ਵਿੱਚ। ਦੂਜਾ ਇਹਨਾਂ ਨੇ ਕੀਤਾ ਕਿ ਜਦੋਂ ਕੰਟਰੈਕਟ ਫਾਰਮਿੰਗ ਕਰੋਗੇ ਤਾਂ ਲੈਂਡ ਲੀਜ਼ਿੰਗ ਵੀ ਉਹ 'ਚ ਕੰਟਰੈਕਟ ਫਾਰਮਿੰਗ ਦਾ ਹਿੱਸਾ ਹੋ ਸਕਦੀ ਹੈ, ਕਿ ਕੰਪਨੀ ਕਿਸਾਨ ਤੋਂ ਖੇਤੀ ਨਾ ਕਰਵਾ ਕੇ ਕਿਸਾਨ ਦੀ ਜ਼ਮੀਨ ਠੇਕੇ 'ਤੇ ਲੈ ਕੇ ਖੁਦ ਵੀ ਖੇਤੀ ਕਰ ਸਕਦੀ ਹੈ। ਉਹਦੇ ਖਿਲਾਫ ਵੀ ਮੈਂ ਲਿਖਿਆ
ਮੈਂ ਕਿਹਾ ਵੀ ਕੰਟਰੈਕਟ ਫਾਰਮਿੰਗ ਦੇ ਵਿੱਚ ਇਹ ਨਹੀਂ ਹੋ ਸਕਦਾ। ਲੀਜ਼ਿੰਗ ਅਲੱਗ ਚੀਜ਼ ਹੈ, ਇੱਕ ਲੀਜ਼ਿੰਗ ਇੰਡੀਆ ਦੇ ਵਿੱਚ ਅਲਾਉਡ ਨਹੀਂ ਹੈ। ਹਰ ਸਟੇਟ ਦਾ ਆਪਣਾ ਇੱਕ ਲੈਂਡ ਲੀਜ਼ਿੰਗ ਰੈਸਟ੍ਰਿਕਸ਼ਨ ਐਕਟ ਹੈ ਤੇ ਹਰ ਸਟੇਟ ਦਾ ਆਪਣਾ ਇੱਕ ਲੈਂਡ ਸੀਲਿੰਗ ਐਕਟ ਹੈ, ਜਿਹਦੇ ਤਹਿਤ ਕੋਈ ਵੀ ਗੈਰ ਕਿਸਾਨ ਕੰਪਨੀ ਹੋਵੇ ਚਾਹੇ ਕੋਈ ਬੰਦਾ ਹੋਵੇ, ਉਹ ਖੇਤੀ ਵਾਲੀ ਜ਼ਮੀਨ ਤੇ ਖੇਤੀ ਨਹੀਂ ਕਰ ਸਕਦਾ। ਇਹ ਬੈਨ ਹੈ। ਇਹਨਾਂ ਨੇ ਕੰਟਰੈਕਟ ਫਾਰਮਿੰਗ ਦੇ ਵਿੱਚ ਲੀਡਿੰਗ ਦਾ ਪਾ ਕੇ ਅਲਾਉ ਕਰਕੇ ਵੀ ਉਹ ਰੱਖਤਾ, ਮੇਰੇ ਵਿਰੋਧ ਕਰਨ ਦੇ ਬਾਵਜੂਦ ਵੀ। ਤੀਜਾ, ਇਹਨਾਂ ਨੇ ਜੋ ਵੱਡੀ ਗੱਲ ਕੀਤੀ, ਜਿੱਦਾਂ ਮੁੱਢ ਪੰਜਾਬ 'ਚ, ਪੰਜਾਬ ਨੂੰ ਮੈਂ ਇਸ ਕਰਕੇ ਦੋਸ਼ੀ ਮੰਨਦਾ ਕਿ ਪੰਜਾਬ ਨੇ ਇਹ ਸੀਖ ਸੈਂਟਰ ਗੌਰਮੈਂਟ ਨੂੰ ਦਿੱਤੀ। ਇਹਨਾਂ ਨੇ 2018 ਦੇ ਵਿੱਚ ਇੱਕ ਹੋਰ ਬਿੱਲ ਲਿਆਂਦਾ। ਇਹਨਾਂ ਨੇ ਕਹਿਤਾ ਵੀ ਜੀ ਕੰਟਰੈਕਟ ਫਾਰਮਿੰਗ ਨੂੰ APMC ਮੰਡੀ ਦੇ ਦਾਇਰੇ, ਕਾਨੂੰਨ ਦੇ ਦਾਇਰੇ 'ਚ ਰੱਖਣਾ ਗਲਤ ਹੈ, ਕਿਉਂਕਿ APMC ਤਾਂ ਕੰਟਰੈਕਟ ਫਾਰਮਿੰਗ ਨੂੰ ਇਜਾਜ਼ਤ ਦੇਗੀ ਨਹੀਂ, ਕਿਉਂਕਿ ਜੇ APMC ਕੰਟਰੈਕਟ ਫਾਰਮਿੰਗ ਨੂੰ ਅਲਾਉ ਕਰੇਗੀ ਤਾਂ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਪ੍ਰੋਡਿਊਸ ਹੋਏਗਾ, ਕਿਸਾਨ ਪੈਦਾ ਕਰੇਗਾ ਕੰਪਨੀ ਲਈ, ਉਹ ਤਾਂ ਮੰਡੀ 'ਚ ਆਏਗਾ ਹੀ ਨਹੀਂ। ਇਸ ਕਰਕੇ ਮੰਡੀ ਦੇ ਜਿਹੜੇ ਆੜਤੀਏ ਨੇ, ਮੰਡੀ ਦੇ ਜਿਹੜੇ ਹੋਰ ਲੋਕ ਨੇ, ਉਹਨਾਂ ਦੀ ਇਨਕਮ ਘੱਟ ਜਾਊਗੀ, ਕਿ ਉਹ ਵੋਲਿਊਮ ਹੀ ਨਹੀਂ ਆਉਣਾ ਮੰਡੀ ਦੇ ਵਿੱਚ। ਤੇ ਇਹਨਾਂ ਨੇ ਕਿਹਾ ਕਿ ਕੰਟਰੈਕਟ ਫਾਰਮਿੰਗ ਦਾ ਸੈਪਰੇਟ ਕਾਨੂੰਨ ਬਣਨਾ ਚਾਹੀਦਾ ਹੈ, ਤਾਂ ਕਿ ਉਹਦੇ ਵਿੱਚ ਕੋਈ ਵਿਰੋਧਾਭਾਸ ਨਾ ਆਵੇ ਮੰਡੀ ਤੇ ਇੰਟਰਸਟ ਦੇ ਵਿੱਚ ਤੇ ਕੰਟਰੈਕਟਿੰਗ ਕੰਪਨੀ ਦੇ ਇੰਟਰਸਟ ਦੇ ਵਿੱਚ। ਇਸ ਕਰਕੇ ਇਹਨੂੰ ਮੰਡੀ ਤੋਂ ਬਾਹਰ ਕਰ ਦਿਓ, ਮੰਡੀ ਦੇ ਰੈਗੂਲੇਸ਼ਨ ਤੋਂ। ਪੰਜਾਬ ਨੇ ਬਦਕਿਸਮਤੀ ਦਾ ਕਹਿਣਾ ਪੈ ਰਿਹਾ ਮੈਨੂੰ, ਇਹ 2013 ਦੇ ਵਿੱਚ ਜਦੋਂ ਸੈਂਟਰ ਸਰਕਾਰ ਅਜੇ ਸੋਚ ਵੀ ਨਹੀਂ ਰਹੀ ਸੀ, ਉਦੋਂ ਪੰਜਾਬ ਨੇ ਇੱਕ ਸੈਪਰੇਟ ਕੰਟਰੈਕਟ ਫਾਰਮਿੰਗ ਐਕਟ ਬਣਾਇਆ ਆਪਦਾ 2013 ਦੇ ਵਿੱਚ। ਮਤਲਬ ਇਹ ਅਕਾਲੀ ਭਾਜਪਾ ਸਰਕਾਰ ਸੀ। ਬਿਲਕੁਲ ਬਿਲਕੁਲ, ਜਿਹਦੀ ਮੈਂ ਹਮੇਸ਼ਾ ਕਹਿੰਦਾ ਕੋਈ ਲੋੜ ਨਹੀਂ ਸੀ। ਜਦੋਂ ਬਾਕੀ ਸਾਰੇ ਸਟੇਟ ਕੰਟਰੈਕਟ ਫਾਰਮਿੰਗ ਨੂੰ APMC ਮਾਡਲ ਐਕਟ ਤੇ ਅਮੈਂਡਮੈਂਟ ਦੇ ਵਿੱਚ ਕਰਕੇ ਰੱਖ ਰਹੇ ਸੀ, ਤਾਂ ਪੰਜਾਬ ਨੂੰ ਅਲੱਗ ਐਕਟ ਬਣਾਉਣ ਦੀ ਕੀ ਲੋੜ ਸੀ। ਉਸ ਤੋਂ ਸਿੱਖ ਕੇ ਸੈਂਟਰ ਗਵਰਨਮੈਂਟ ਨੇ ਉਹੀ ਕਾਨੂੰਨ ਚੱਕ ਕੇ ਉਹਨਾਂ ਨੇ ਸੈਪਰੇਟ ਬਣਾਤਾ ਸੈਂਟਰ ਦੇ ਵਿੱਚ। ਤੋ ਇਹ ਤਾਂ ਕਹਾਣੀ ਹੈਗੀ ਜੋ ਇਹ ਨਵੇਂ ਬਿੱਲਾਂ ਦੇ ਆਉਣ ਤੋਂ ਪਹਿਲਾਂ ਤੱਕ ਦੀ। ਫਿਰ ਤੁਹਾਨੂੰ ਪਤਾ ਵੀ ਜਿਹੜਾ ਇਹ ਕੋਵਿਡ ਦਾ ਜ਼ਮਾਨਾ ਆ ਗਿਆ, 2 ਸਾਲ ਆ ਗਏ, ਹੁਣ ਜਿਹੜੇ ਨਵੇਂ 3 ਬਿੱਲ, ਤੁਸੀਂ 3 ਬਿੱਲ ਕਿਹਾ, 3 ਕਾਨੂੰਨ ਕਿਹਾ, ਮੈਂ ਇਹਨੂੰ ਹਮੇਸ਼ਾ 2.5 ਕਹਿਣਾ। 2.5 ਇਸ ਕਰਕੇ ਮੈਂ ਕਹਿਣਾ ਕਿ 2 ਹੀ ਨਵੇਂ ਨੇ, ਜਿਹੜਾ ਫਾਰਮਰ ਟ੍ਰੇਡ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਐਕਟ, ਜਿਹਨੂੰ ਆਪਾਂ ਕਹਿੰਦੇ APMC ਮੰਡੀ ਬਾਈਪਾਸ ਐਕਟ, ਤੇ ਦੂਜਾ ਕੰਟਰੈਕਟ ਫਾਰਮਿੰਗ ਐਕਟ। ਤੀਜਾ ਜਿਹੜਾ ਕਾਨੂੰਨ ਹੈ ਜ਼ਰੂਰੀ ਵਸਤਾਂ ਦਾ ਕਾਨੂੰਨ, ਐਸੈਂਸ਼ੀਅਲ ਕਮੋਡਿਟੀਜ਼ ਐਕਟ, ਉਹ 1957-58 ਤੋਂ ਬਣਿਆ ਹੋਇਆ ਹੈ। ਉਹ 'ਚ ਸਿਰਫ ਸਰਕਾਰ ਨੇ ਸੁਧਾਰ ਕੀਤਾ ਹੈ। ਸੁਧਾਰ ਇਨ ਦੀ ਸੈਂਸ ਕਿ ਉਹਨਾਂ ਨੇ ਕਰਤਾ ਕਿ ਅਸੀਂ ਹੁਣ ਜਿਹੜੇ ਸਟਾਕ ਕਰਦੇ ਨੇ ਲੋਕ, ਵਪਾਰੀ ਫਸਲਾਂ ਨੂੰ, ਉਹ ਤੇ ਅਸੀਂ ਜਲਦੀ ਬੰਦਿਸ਼ ਨਹੀਂ ਲਗਾਵਾਂਗੇ। ਉਹਨਾਂ ਨੇ ਇਹ ਕਰਤਾ ਕਿ ਹੁਣ ਜਦੋਂ ਆਪਣੇ ਜਿਹੜੇ ਸੀਰੀਅਲ 'ਚ ਖਾਣ ਵਾਲੀਆਂ ਫਸਲਾਂ ਨੇ, ਜਿਵੇਂ ਕਣਕ, ਚੌਲ, ਇਸ ਤਰ੍ਹਾਂ ਜਿਹੜੇ ਖਰਾਬ ਜਲਦੀ ਨਹੀਂ ਹੁੰਦੇ, ਉਹਨਾਂ ਦੀਆਂ ਕੀਮਤਾਂ ਵਿੱਚ ਜਦੋਂ ਤੱਕ 50% ਤੱਕ ਵਾਧਾ ਨਹੀਂ ਹੋਊਗਾ, ਅਸੀਂ ਉਹ 'ਤੇ ਕੋਈ ਬੰਦਿਸ਼ ਨਹੀਂ ਲਗਾਵਾਂਗੇ, ਜਿੰਨਾ ਮਰਜ਼ੀ ਤੁਸੀਂ ਸਟਾਕ ਕਰੀ ਜਾਓ। ਇੱਦਾਂ ਹੀ ਜਿਹੜੀਆਂ ਫਲ ਅਤੇ ਸਬਜ਼ੀਆਂ ਨੇ, ਉਹਨਾਂ ਦੀਆਂ ਕੀਮਤਾਂ ਜਦੋਂ ਤੱਕ 100% ਵਾਧਾ ਨਹੀਂ ਹੁੰਦਾ, ਸੈਂਟਰ ਗੌਰਮੈਂਟ ਇਸ ਕਾਨੂੰਨ ਦੇ ਤਹਿਤ ਉਹਨਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ। ਕਿਸੇ ਨੂੰ ਕਿਉਂ ਇਹ ਨਹੀਂ ਕਹੇਗੀ ਤੂੰ ਇੰਨਾ ਮਹਿੰਗਾ ਕਿਉਂ ਵੇਚਣਾ, ਸਟਾਕ ਕੱਢ, ਸਟਾਕ ਕਿਉਂ ਕੀਤਾ ਹੋਇਆ, ਸ਼ਾਰਟੇਜ ਹੋ ਰਹੀ ਹੈ। ਤੇ ਇਹ ਅਮੈਂਡਮੈਂਟ ਦੇ 'ਚ ਹੋਈ ਹੈ, ਸੋਧ ਕੀਤੀ ਹੈ, ਨਵਾਂ ਕਾਨੂੰਨ ਨਹੀਂ ਹੈ। ਪਹਿਲਾਂ ਤੋਂ ਸੈਂਟਰ ਗੌਰਮੈਂਟ ਦਾ ਕਾਨੂੰਨ ਹੈ, ਤੇ ਇਸ ਕਰਕੇ ਮੈਨੂੰ 2.5 ਕਹਿਣਾ ਹੁੰਦਾ, ਜਾਂ ਮੈਂ ਕਹਿੰਦਾ 2 ਹੀ ਦੀ ਗੱਲ ਕਰੋ, ਤੀਜਾ ਤਾਂ ਚੌਥੀ ਸੀਗਾ, ਉਹ ਤਾਂ ਸੁਧਾਰ ਹੀ ਹੋਇਆ, ਨਵੀਂ ਗੱਲ ਨਹੀਂ ਉਹ 'ਚ ਕੋਈ। ਪਹਿਲਾਂ ਹੀ ਸੈਂਟਰ ਗੌਰਮੈਂਟ ਦਾ ਕਾਨੂੰਨ ਸੀ, ਉਹਦੇ 'ਚ ਇੱਕੋ ਹੀ ਥੋੜ੍ਹੀ ਜਿਹੀ ਗੜਬੜ ਕੀਤੀ ਇਸ ਵਾਰ ਇਹਨਾਂ ਨੇ, ਕਿ ਉਹਦੇ 'ਚ ਕਾਨੂੰਨ ਦੇ ਵਿੱਚ ਲਿਖਿਆ ਹੋਇਆ, ECA ਕਾਨੂੰਨ ਦੇ ਵਿੱਚ 1955 ਦੇ ਵਿੱਚ, ਕਿ ਜਦੋਂ ਤੁਸੀਂ ਇਹਦੇ 'ਚ ਕੋਈ ਚੇਂਜ ਕਰਨੀ ਹੈ, ਕੋਈ ਵਸਤੇ 'ਚ ਪਾਉਣੀ ਹੈ ਜਾਂ ਕੱਢਣੀ ਹੈ ਜਾਂ ਕੋਈ ਹੋਰ ਸੁਧਾਰ ਕਰਨਾ ਹੈ, ਤੁਸੀਂ ਸਟੇਟਾਂ ਨੂੰ ਪੁੱਛੋਗੇ। ਉਹ ਪੁੱਛਿਆ ਨਹੀਂ ਗਿਆ, ਕੰਸਲਟੇਸ਼ਨ ਨਹੀਂ ਹੋਈ, ਕਿਉਂਕਿ ਪੈਂਡੇਮਿਕ 'ਚ ਕੀਤਾ ਗਿਆ। ਤਾਂ ਇਹ ਤਾਂ ਹੋ ਗਿਆ ਬਟ ਵੀ ਪ੍ਰੋਸੈਸ। ਹੁਣ ਜਿੱਥੋਂ ਤੱਕ ਇਹਦੇ ਵਿੱਚ ਕੀ ਹੈ ਉਹਦੀ ਗੱਲ ਕਰੀਏ, ਜਿਵੇਂ ਤੁਸੀਂ APMC ਦੇ ਬਾਈਪਾਸ ਐਕਟ ਜਿਹੜਾ ਨਵਾਂ ਬਣਿਆ, ਉਹਦੀ ਗੱਲ ਕਰੀਏ ਆਪਾਂ। ਇੱਕ ਤਾਂ ਸਭ ਤੋਂ ਵੱਡਾ ਮੁੱਦਾ ਜੇ ਪੰਜਾਬ ਵਰਗੇ ਸਟੇਟ ਲਈ ਉਹ ਹੈ ਕਿ ਬਈ ਇਹ ਸਟੇਟ ਦਾ ਮੁੱਦਾ ਸੀਗਾ, ਸੈਂਟਰ ਨੇ ਤੇ ਕਾਨੂੰਨ ਕਿਉਂ ਬਣਾਇਆ। ਜੇ ਤੁਸੀਂ ਕਨਸਟੀਟਿਊਸ਼ਨ ਦੇਖੋ, ਉਹ 3 ਲਿਸਟਾਂ ਨੇ ਕਾਨੂੰਨ ਬਣਾਉਣ ਦੀਆਂ, ਸੈਂਟਰ ਲਿਸਟ, ਸਟੇਟ ਲਿਸਟ ਤੇ ਸਾਂਝੀ ਸੂਚੀ। ਜਿਹਦੇ ਸੈਂਟਰ ਲਿਸਟ ਦੇ ਯੂਨੀਅਨ ਗਵਰਨਮੈਂਟ ਕਾਨੂੰਨ ਬਣਾ ਸਕਦੀ ਹੈ, ਸਟੇਟ ਲਿਸਟ ਦੇ ਸਟੇਟ ਗਵਰਨਮੈਂਟ ਬਣਾ ਸਕਦੀਆਂ ਨੇ, ਤੇ ਸਾਂਝੀ ਸੂਚੀ ਦੇ ਦੋਨੋਂ ਬਣਾ ਸਕਦੇ। ਜੇ ਦੋਨੋਂ ਬਣਾਉਣਗੀਆਂ ਤਾਂ ਕੇਂਦਰ ਵਾਲਾ ਚੱਲੂਗਾ, ਸਟੇਟ ਵਾਲਾ ਖਾਰਜ ਹੋ ਜਾਊਗਾ। ਤੋ ਇਹ ਜਿਹੜਾ ਸੰਵਿਧਾਨਕ ਮੁੱਦਾ ਹੈ ਵੀ ਇੰਨੀ ਕੀ ਜ਼ਰੂਰਤ ਸੀ ਕਿ ਤੁਸੀਂ ਸਟੇਟ ਦੇ ਮੁੱਦੇ ਨੂੰ ਕਨਕਰੈਂਟ ਜਾਂ ਸਾਂਝੀ ਸੂਚੀ 'ਚ ਲੈ ਕੇ ਉਹ 'ਤੇ ਕਾਨੂੰਨ ਬਣਾਇਆ ਸੈਂਟਰ ਗਵਰਨਮੈਂਟ ਨੇ। ਉਹੀ ਕੁਛ ਸਟੇਟਾਂ ਨੂੰ ਕਾਫੀ ਹਜਮ ਨਹੀਂ ਹੋ ਰਿਹਾ, ਕਿਉਂ ਕਹਿੰਦੇ ਵੀ ਇਹ ਸਾਡੇ ਸੰਘੀ ਢਾਂਚੇ 'ਤੇ ਹਮਲਾ ਹੈ। ਵੀ ਨਾ ਸਾਨੂੰ ਪੁੱਛਿਆ ਗਿਆ, ਨਾ ਸਾਨੂੰ ਇਹਦੇ 'ਚ ਰੱਖਿਆ ਗਿਆ ਕਿਤੇ। ਇਹ ਤਾਂ ਇੱਕ ਦੋਨਾਂ ਕਾਨੂੰਨਾਂ ਬਾਰੇ, ਕੰਟਰੈਕਟ ਫਾਰਮਿੰਗ, ਕੰਟਰੈਕਟ ਫਾਰਮਿੰਗ ਖੇਤੀ ਦਾ ਹਿੱਸਾ ਹੈ, ਖੇਤੀ ਤੇ ਖੇਤੀ ਮੰਡੀਆਂ, ਇਹ ਦੋਨੇ ਸਟੇਟ ਗਵਰਨਮੈਂਟ ਦੇ ਵਿਸ਼ੇ ਨੇ, ਸਟੇਟ ਸਬਜੈਕਟ ਨੇ। ਇਹ ਕਾਨੂੰਨ ਬਣਾਉਣ ਦਾ ਅਧਿਕਾਰ ਸਟੇਟ ਗਵਰਨਮੈਂਟ ਨੂੰ ਰਿਹਾ ਹੁਣ ਤੱਕ, ਔਰ ਸਾਰੀਆਂ ਸਰਕਾਰਾਂ ਇਸ ਦੀ ਮਤਲਬ ਰਿਸਪੈਕਟ ਕਰਦੀਆਂ ਆਈਆਂ ਨੇ ਹੁਣ ਤੱਕ। ਤਾਂ ਇੱਕ ਤਾਂ ਇਹ ਵੱਡੇ ਲੈਵਲ 'ਤੇ ਗੱਲ ਹੋ ਗਈ ਕਿ ਸੈਂਟਰ ਗਵਰਨਮੈਂਟ ਨੇ ਕਾਨੂੰਨ ਕਿਉਂ ਬਣਾਏ, ਇੰਨੀ ਕੀ ਇਸ ਚੀਜ਼ ਨੂੰ ਕਰਨ ਦੀ ਜ਼ਰੂਰਤ ਸੀ ਕਿ ਤੁਸੀਂ ਕੋਵਿਡ ਦੇ ਦੌਰਾਨ ਵੀ ਕੋਵਿਡ ਦੇ ਨਾਲ ਸੰਵਿਧਾਨਕ ਢਾਂਚਾ ਬਦਲ ਕੇ ਤੁਸੀਂ ਵੀ ਜਿਹੜਾ ਸਟੇਟ ਦੀ ਗੱਲ ਸੀ ਉਹ ਤੁਸੀਂ ਆਪਣੇ ਹੱਥ 'ਚ ਕਿਉਂ ਲਈ। ਦੂਜੀ ਜਿਹੜੀ ਗੱਲ ਹੈ, ਜਦੋਂ ਗੱਲ ਹੁੰਦੀ ਹੈ ਕਿ ਮੰਡੀ ਦੀ ਫਾਰਮਰ ਨੂੰ ਚੁਆਇਸ ਦੇਣ ਦੀ, ਤਾਂ ਆਪਾਂ ਮੰਨਦੇ ਹਾਂ ਕਿ APMC ਦੇ ਵਿੱਚ ਗੜਬੜੀਆਂ ਨੇ,
ਕਈ ਵਾਰੀ ਬੋਲੀ ਨਹੀਂ ਲੱਗਦੀ, ਕਈ ਵਪਾਰੀ ਇਕੱਠੇ ਹੋ ਜਾਂਦੇ ਨੇ ਤੇ ਕਿਸਾਨ ਦੀ ਉਹਦੇ 'ਚ ਲੁੱਟ ਹੁੰਦੀ ਹੈ। ਹਾਲਾਂਕਿ ਪੰਜਾਬ 'ਚ ਕਿਉਂਕਿ ਸਰਕਾਰ ਦੀ ਕਾਫੀ ਖਰੀਦ ਹੁੰਦੀ ਹੈ ਇਹਦੇ ਵਿੱਚ, ਆਮ ਕਰਕੇ ਕਿਸਾਨ ਨੂੰ ਮਾਰ ਨਹੀਂ ਪੈਂਦੀ। ਤੁਸੀਂ ਮੈਂ ਗੱਲ ਕਹਿਣੀ ਚਾਹੁੰਦਾ ਜ਼ਰੂਰੀ ਤੌਰ 'ਤੇ ਕਿ ਕੋਵਿਡ ਦੇ ਟਾਈਮ ਵੀ ਪੰਜਾਬ ਦੇ ਵਿੱਚ 97% ਕਿਸਾਨਾਂ ਨੂੰ ਵੀਟ ਦੀ MSP ਮਿਲੀ। ਕੋਵਿਡ ਵਾਲੇ ਸੀਜ਼ਨ ਦੇ ਵਿੱਚ ਵੀ ਇੰਨਾ ਅੱਛਾ ਸਿਸਟਮ ਮੰਡੀਆਂ ਦਾ ਇੱਥੇ ਚੱਲਦਾ ਹੈ। ਖਰਾਬੀ ਵਾਲੀ ਗੱਲ ਪੰਜਾਬ ਦੀ ਇਹ ਹੈ ਕਿ ਜਿਹੜੀ APMC ਹੈ, ਇਹਦਾ ਟੋਟਲ ਸਿੱਧਾ ਪੂਰਾ ਬਣਾਈਏ ਬਣਦਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। ਇਹ ਕਮੇਟੀ ਹੈ ਜਿਹੜੀ ਮੰਡੀ ਨੂੰ ਚਲਾਉਂਦੀ ਹੈ, ਇਹ ਕੋਈ ਬੋਰਡ ਨਹੀਂ, ਇਹ ਕੋਈ ਕਾਰਪੋਰੇਸ਼ਨ ਨਹੀਂ। ਜਿਹੜਾ ਐਕਟ ਹੈ ਉਹਦੇ ਤਹਿਤ ਚਲਾਉਂਦੀ ਹੈ। ਸਾਰੇ ਸਟੇਟਾਂ ਦੇ ਵਿੱਚ ਤੁਸੀਂ ਜਾ ਕੇ ਪਤਾ ਕਰ ਲਓ, ਇਲੈਕਸ਼ਨ ਹੁੰਦੀ ਹੈ ਇਹਦੀ, ਜਿਵੇਂ ਆਪਣੇ ਕੋਆਪਰੇਟਿਵ ਸੁਸਾਇਟੀ ਦੀਆਂ ਇਲੈਕਸ਼ਨਾਂ ਹੁੰਦੀਆਂ, ਇੱਦਾਂ ਹੀ APMC ਦੀ ਇਲੈਕਸ਼ਨ ਹੁੰਦੀ ਹੈ ਹਰ 5 ਸਾਲ ਬਾਅਦ। ਉਹਦੇ ਵਿੱਚ ਵਪਾਰੀਆਂ ਦੇ ਰਿਪਰੈਜ਼ੈਂਟ ਨੇ, ਸਭ ਤੋਂ ਵੱਧ ਕਿਸਾਨ ਦੇ ਰਿਪਰੈਜ਼ੈਂਟੇਟਿਵ ਨੇ, ਉਹ 'ਚ ਨੁਮਾਇੰਦੇ ਨੇ। ਉਹਦੇ ਵਿੱਚ ਕੋਆਪਰੇਟਿਵ ਸੁਸਾਇਟੀ ਦੇ ਨੁਮਾਇੰਦੇ ਨੇ, ਸਰਕਾਰ ਦੇ ਨੁਮਾਇੰਦੇ ਨੇ, ਸਾਰਿਆਂ ਦੀ ਚੋਣ ਹੁੰਦੀ ਹੈ। ਫਿਰ ਚੇਅਰਪਰਸਨ ਬਣਦਾ, ਫਿਰ ਮੈਂਬਰ ਬਣਦੇ ਨੇ ਤੇ ਉਹ ਕੰਮ ਚਲਾਉਂਦੇ ਨੇ। ਬਦਕਿਸਮਤੀ ਇਹ ਹੈ ਕਿ ਪੰਜਾਬ ਨੇ ਪਿਛਲੇ 40 ਸਾਲਾਂ ਤੋਂ ਇਲੈਕਸ਼ਨ ਹੀ ਨਹੀਂ ਕਰਾਈ ਇਹਦੀ। ਪੰਜਾਬ ਦੇ ਵਿੱਚ APMC ਕਮੇਟੀਆਂ ਦੀ ਇਲੈਕਸ਼ਨ ਹੀ ਨਹੀਂ ਹੋਈ। ਸਰਕਾਰ ਹੀ ਜਿਹਨੂੰ ਮਰਜ਼ੀ ਚੇਅਰਮੈਨ ਲਾ ਦੇ, ਸਰਕਾਰ ਹੀ ਜਿਹਨੂੰ ਮਰਜ਼ੀ ਮੈਂਬਰ ਲਾ ਦੇ, ਨੋਮੀਨੇਟ ਕਰਦੀ ਰਹੀ ਹੈ। ਤੁਸੀਂ ਗੁਜਰਾਤ ਜਾਓ, ਸੌਰੀ ਜਿਹੜੀਆਂ ਮਾਰਕੀਟ ਕਮੇਟੀਆਂ ਜਿਨ੍ਹਾਂ ਨੂੰ ਹਾਂ, ਇਹਨਾਂ ਦੀਆਂ ਪਹਿਲਾਂ ਚੋਣਾਂ ਹੁੰਦੀਆਂ ਸੀ। ਸੀ ਹਰ ਇੱਕ ਕਿਸਾਨ ਮੈਂਬਰ ਹੁੰਦਾ ਸੀ ਜਿਹੜਾ ਵੇਚਦਾ ਸੀ ਉੱਥੇ, ਉਹ ਵੋਟਾਂ ਪਾਉਂਦੇ ਸੀ ਬਕਾਇਦਾ, ਜਿਹੜਾ ਉਹਨੂੰ ਚੰਗਾ ਲੱਗਦਾ ਉਹ ਬੰਦਾ ਜਾ ਕੇ ਉੱਥੇ ਬਣਦਾ ਸੀ ਮੈਂਬਰ, ਤੇ ਮੈਂਬਰ ਆਪਦਾ ਚੇਅਰਮੈਨ ਚੁਣਦੇ ਸੀ। ਤੁਸੀਂ ਗੁਜਰਾਤ ਜਾਓ, ਮਹਾਰਾਸ਼ਟਰ ਜਾਓ, ਕਰਨਾਟਕਾ ਜਾਓ, ਅੱਜ ਵੀ ਤੁਹਾਨੂੰ ਹਰ 5 ਸਾਲ ਬਾਅਦ ਇਲੈਕਸ਼ਨਾਂ ਹੁੰਦੀਆਂ ਮਿਲਦੀਆਂ ਉੱਥੇ। ਪੰਜਾਬ ਨੇ ਆਪਾਂ ਨੂੰ ਪਤਾ ਕਿਹੜੇ ਕਾਰਨਾਂ ਕਰਕੇ ਪਿਛਲੇ 4 ਦਹਾਕਿਆਂ ਤੋਂ ਚੋਣ ਹੀ ਨਹੀਂ ਕਰਵਾਈ। ਇਸ ਕਰਕੇ ਇੱਥੇ ਪਤਾ ਹੀ ਨਹੀਂ ਕਿਹਦਾ ਰਾਜ ਚੱਲਦਾ, ਕਿਹਦਾ ਨਹੀਂ ਚੱਲਦਾ। ਤੇ ਇਹਦੇ ਕਰਕੇ ਪੰਜਾਬ ਦੀ ਜਿਹੜੀ ਐਗਜ਼ਾਮਪਲ ਹੈ ਉਹ ਸ਼ਾਇਦ ਸਹੀ ਨਹੀਂ ਹੈਗੀ ਤਾਂ ਆਪਾਂ APMC ਦੀ ਗੱਲ ਕਰਦੇ ਹਾਂ, ਕਿਉਂਕਿ ਇਹਦੇ 'ਚ ਡੈਮੋਕ੍ਰੇਸੀ ਖਤਮ ਕਰੀ ਪਈ ਹੈ ਲਗਭਗ ਇਨਡਾਇਰੈਕਟ ਤੌਰ 'ਤੇ। ਪਰ ਆਮ ਤੌਰ 'ਤੇ ਆਪਾਂ ਗੱਲ ਕਰਦੇ ਹਾਂ APMC ਇੱਕ ਚੁਣੀ ਹੋਈ ਸੰਸਥਾ ਹੈ। ਇਹਨੂੰ ਮੋਨੋਪੋਲੀ ਕਹਿ ਦੇਣਾ, ਇਹਨੂੰ ਸਰਕਾਰੀ ਕਹਿ ਦੇਣਾ, ਉਹ ਜਾਂ ਤਾਂ ਅਰਧ ਸਹੀ ਜਾਂ ਬਿਲਕੁਲ ਝੂਠ ਹੈ ਉਹ। ਤੇ ਇਹ ਜਿਹੜਾ ਨਵਾਂ ਕਾਨੂੰਨ ਆਇਆ APM ਬਣੀ, ਇਹ ਸਭ ਤੋਂ ਵੱਡੀ ਜਿਹੜੀ ਗੱਲ ਇਹਦੇ 'ਚ ਹੋਈ ਹੈ ਕਿ APMC ਜਿਹੜੀ ਕਮੇਟੀ ਸੀ ਉਹਦਾ ਦਾਇਰਾ ਸੀਮਤ ਕਰਕੇ, ਪਹਿਲਾਂ ਇਹਦੇ 'ਚ ਹੁੰਦਾ ਸੀ ਨੋਟੀਫਾਈਡ ਏਰੀਆ ਤੇ ਨੋਟੀਫਾਈਡ ਸੈਟ ਆਫ ਕ੍ਰੌਪਸ, ਕਿ ਜਿਵੇਂ ਇੱਕ ਜ਼ਿਲ੍ਹਾ ਹੈ ਉਹਦੇ ਜਿੰਨੀਆਂ ਫਸਲਾਂ ਹੁੰਦੀਆਂ ਨੇ, ਇੱਕ ਮੰਡੀ ਹੈ ਉਹਦੇ 'ਚ, ਉਹ ਜਿਹੜੀ ਫਸਲ ਦੀ ਵੀ ਉਤਪਾਦਨ ਕਾਫੀ ਹੁੰਦਾ ਹੈ, ਮੰਡੀ ਨੂੰ ਲੱਗਦਾ ਵੀ ਕਾਫੀ ਇੱਥੇ ਮੰਡੀ 'ਚ ਆਉਣ ਲੱਗ ਗਿਆ, ਉਹਨੂੰ ਉਹ ਨੋਟੀਫਾਈ ਕਰ ਦਿੰਦੇ ਸੀ। ਉਸ ਫਸਲ ਦੀ ਖਰੀਦ ਫਰੋਖਤ ਉਹ ਮੰਡੀ ਦੇ ਪਰਮਿਸ਼ਨ ਤੋਂ ਬਿਨਾਂ ਨਹੀਂ ਹੋ ਸਕਦੀ ਸੀ, ਚਾਹੇ ਮੰਡੀ ਦੇ ਅੰਦਰ ਹੋਵੇ ਚਾਹੇ ਮੰਡੀ ਦੇ ਬਾਹਰ ਹੋਵੇ। ਉਸ ਚੀਜ਼ ਨੂੰ ਇਹਨਾਂ ਨੇ ਨਵੇਂ ਕਾਨੂੰਨ ਨੇ ਕੀ ਕੀਤਾ, ਨਵੇਂ ਕਾਨੂੰਨ ਨੇ ਕਹਿਤਾ ਕਿ APMC ਦਾ ਦਾਇਰਾ ਸਿਰਫ ਹੁਣ ਉਹ ਮੰਡੀ ਯਾਰਡ ਤੱਕ ਸੀਮਿਤ ਹੋ ਜਾਊਗਾ, ਜਾਂ ਸਬ ਯਾਰਡ ਨੇੜੇ, ਉਹਦੇ ਬਾਹਰ ਕੀ ਹੁੰਦਾ ਹੈ ਉਹ ਤੁਹਾਡਾ ਲੈਣਾ ਦੇਣੀ। ਉਹਦੇ ਵਾਸਤੇ ਅਸੀਂ ਨਵਾਂ ਟ੍ਰੇਡ ਏਰੀਆ ਕ੍ਰੀਏਟ ਕਰਤਾ, ਨਿਊ ਟ੍ਰੇਡ ਏਰੀਆ, ਨਵਾਂ ਵਪਾਰਕ ਖੇਤਰ। ਉਹਦੇ ਵਿੱਚ ਨਵਾਂ ਕਾਨੂੰਨ ਲਾਗੂ ਹੋਊਗਾ। ਤੁਸੀਂ ਆਪਦੀ APMC ਜੋ ਕਰੀ ਜਾਣਾ ਕਰੀ ਜਾਓ, ਅਸੀਂ ਉਹਨੂੰ ਨਹੀਂ ਛੇੜਿਆ। ਅਸੀਂ ਹੁਣ ਕਹਿੰਦੇ ਹਾਂ ਵੀ ਹੋਰ ਲੋਕ ਆਉਣ ਮੰਡੀ ਦੇ ਵਿੱਚ ਕਿਸਾਨ ਤੋਂ ਖਰੀਦਣ। ਇਹਦੇ ਸਭ ਤੋਂ ਜਿਹੜੀ ਮੈਨੂੰ ਵੱਡੀ ਤੇ ਪ੍ਰੋਬਲਮੈਟਿਕ ਜਾਂ ਦੁੱਖ ਵਾਲੀ ਗੱਲ ਲੱਗਦੀ ਉਹ ਲੱਗਦੀ ਹੈ, ਤੁਸੀਂ ਵੀ ਸ਼ਾਇਦ ਹੱਸੋਗੇ ਸੁਣ ਕੇ, ਕਿ ਇਹ ਕਰ ਦਿੱਤਾ ਗਿਆ ਕਿ ਜਿਹੜੇ ਬੰਦੇ ਕੋਲ ਵੀ ਇੰਡੀਆ ਦੇ ਵਿੱਚ ਪੈਨ ਕਾਰਡ ਹੈ ਉਹ ਕਿਸਾਨ ਦੀ ਫਸਲ ਖਰੀਦ ਸਕਦਾ ਹੈ, ਚਾਹੇ ਤੁਸੀਂ ਹੋ ਚਾਹੇ ਮੈਂ ਹਾਂ ਜਾਂ ਕੋਈ ਹੋਰ ਤੀਜਾ ਬੰਦਾ ਹੈ। ਮੈਨੂੰ ਇਹ ਬੜੀ ਹਾਸੋਹੀਣੀ ਗੱਲ ਲੱਗਦੀ ਹੈ ਕਿ ਕਿਸਾਨ ਜਿਹਨੇ ਆਪਦੀ ਫਸਲ 6 ਮਹੀਨੇ ਪੈਦਾ ਕੀਤੀ, 10 ਕੁਇੰਟਲ 20 ਕੁਇੰਟਲ, ਕੋਈ ਵੀ, ਮੈਂ ਇਹਨੂੰ ਅੰਗਰੇਜ਼ੀ 'ਚ ਕਹਿੰਦਾ ਟੌਮ ਡਿਕ ਐਂਡ ਹੈਰੀ, ਉਲਟਾ ਐਰਾ ਗੈਰਾ ਨੰਦੂ ਗੈਰਾ ਨੱਥੂ ਗੈਰਾ, ਉਹ ਆ ਕੇ ਕਹਿੰਦਾ ਮੈਂ ਤੇਰੀ ਖਰੀਦਣੀ ਹੈ, ਉਹ ਐਡਵਾਂਸ ਵੀ ਦੇ ਦਿੰਦਾ, ਕਾਰਡ ਵੀ ਦਿਖਾਤਾ ਉਹਨੇ, ਪੈਨ ਕਾਰਡ ਵੀ ਦਿਖਾ, ਉਦੋਂ ਬਾਅਦ ਜੇ ਉਹ ਭੱਜ ਜਾਂਦਾ, ਪੇਮੈਂਟ ਨਹੀਂ ਕਰਦਾ, ਮਾਲ ਲੈ ਗਿਆ ਪੇਮੈਂਟ ਕੀਤੀ, ਕੇਸ ਹੋਏ ਵੀ ਨੇ ਮੱਧ ਪ੍ਰਦੇਸ਼ ਵਗੈਰਾ 'ਚ, ਤਾਂ ਕੌਣ ਜ਼ਿੰਮੇਵਾਰ ਹੈ? ਇਹ ਮੈਂ ਇਸ ਲਈ ਕਹਿ ਰਿਹਾ ਕਿ ਪੁਰਾਣੀ APMC ਸਿਸਟਮ ਦੇ ਵਿੱਚ ਇੱਕ ਕਿਸਾਨ ਦੇ ਰਿਸਕ ਨੂੰ ਕਵਰ ਕਰਨ ਲਈ ਲਾਇਸੈਂਸ ਦਿੱਤੇ ਜਾਂਦੇ ਸੀ ਆੜ੍ਹਤੀਏ ਤੇ ਵਪਾਰੀ ਨੂੰ। ਕੱਚਾ ਆੜ੍ਹਤੀਆ, ਪੱਕਾ ਆੜ੍ਹਤੀਆ। ਕੱਚਾ ਆੜ੍ਹਤੀਆ ਸਿਰਫ ਜਿਹੜਾ ਕਮਿਸ਼ਨ ਏਜੰਟੀ ਦਾ ਕੰਮ ਕਰਦਾ, ਪੱਕਾ ਆੜ੍ਹਤੀਆ ਜਿਹੜਾ ਮਾਲ ਖਰੀਦ ਵੀ ਸਕਦਾ ਕਿਸਾਨ ਦਾ। ਉਹਨਾਂ ਨੂੰ ਬਕਾਇਦਾ ਲਾਇਸੈਂਸ ਦਿੱਤੇ ਜਾਂਦੇ ਸੀ। ਹਰ ਮੰਡੀ ਜਾ ਕੇ ਪਤਾ ਕਰੋ, ਕਿਸੇ 200 ਵਪਾਰੀ ਹੈ, ਕਿਸੇ 300 ਆੜ੍ਹਤੀ ਹੈ, ਕਿਸੇ 'ਚ 500 ਮਿਲਾ ਕੇ ਦੋਨੇ ਨੇ, ਜੋ ਵੀ ਹੈ। ਉਹਨਾਂ ਤੋਂ ਬੈਂਕ ਗਰੰਟੀ ਲਈ ਜਾਂਦੀ ਸੀ ਕਿ ਕੱਲ੍ਹ ਨੂੰ ਜੇ ਕਿਸਾਨ ਦਾ ਪੈਸਾ ਤੁਸੀਂ ਨਹੀਂ ਦੋਗੇ ਤਾਂ ਉਹ ਬੈਂਕ ਗਰੰਟੀ ਅਸੀਂ ਯੂਜ਼ ਕਰਕੇ ਕਿਸਾਨ ਨੂੰ ਪੇਮੈਂਟ ਕਰ ਸਕਦੇ ਹਾਂ। ਨਵੇਂ ਏਰੀਆ ਟ੍ਰੇਡ ਏਰੀਆ ਵਿੱਚ ਐਸਾ ਕੁਝ ਨਹੀਂ ਹੈ। ਤਾਂ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਖੁੱਲ੍ਹਾ ਛੱਡਤਾ ਇਹਨੂੰ, ਹੈ ਕਿਸਾਨ ਦੇ ਹਿੱਤ ਨੂੰ। ਉਹਦੀ ਜਿਹੜੀ ਸਿਕਿਉਰਿਟੀ ਸੀ ਕਿਸਾਨਾਂ ਦੀ ਉਹ ਖਤਮ ਕਰਤੀ, ਉਹ ਬਿਲਕੁਲ ਛੱਡਤੀ ਤੁਸੀਂ, ਤਾਂ ਕਿ ਕੋਈ ਵੀ ਉਹਨਾਂ ਨਾਲ ਠੱਗੀ ਮਾਰਨ, ਠੱਗਾਂ ਦਾ ਰਾਹ ਖੋਲਤਾ ਤੁਸੀਂ। ਬਿਲਕੁਲ ਬਿਲਕੁਲ। ਵੈਸੇ ਸਾਹਿਬ, ਇਸੇ ਤਰ੍ਹਾਂ ਜਿਹੜਾ ਪੰਜਾਬ ਦਾ ਖੇਤੀ ਸੰਕਟ ਹੈ ਇਹ ਕਿਵੇਂ ਹੱਲ ਹੋ ਸਕਦਾ ਹੈ? ਕਿਉਂਕਿ ਪੰਜਾਬ ਦੇ ਜਿਹੜੇ ਇਹ ਕਾਨੂੰਨ ਆਏ ਆ, ਇੱਕ ਤਾਂ ਇਹ ਘਾਤਕ ਨੇ ਪੰਜਾਬ ਲਈ। ਆਪਾਂ ਇਹਨਾਂ ਨੂੰ ਖੇਤੀ ਮਾਰੂ ਕਾਨੂੰਨ ਜਿਹੜੇ ਦਾ ਨਾਂ ਦਿੰਦੇ ਆ, ਸਾਰੇ ਜਥੇਬੰਦੀਆਂ ਵੀ ਇਹੀ ਰੌਲਾ ਪਾ ਰਹੀਆਂ ਨੇ। 11 ਮਹੀਨੇ ਦਾ ਸਮਾਂ ਹੋ ਗਿਆ, ਕਿੱਧਰ ਨੂੰ ਜਾਊਗਾ ਜੀ ਇਹ ਸਿਸਟਮ ਹੈ ਜਿਹੜਾ ਪੰਜਾਬ ਲਈ? ਕਿਸ ਤਰ੍ਹਾਂ ਤੁਸੀਂ ਦੇਖੋ, ਪੰਜਾਬ ਦੀ ਖੇਤੀ ਦਾ ਸੰਕਟ ਬਹੁਤ ਗਹਿਰਾ ਤੇ ਪੁਰਾਣਾ ਹੋ ਚੁੱਕਿਆ ਹੈ। ਮੈਂ ਕਹਿੰਦਾ ਜਿਹੜਾ ਪੰਜਾਬ ਦੇ ਵਿੱਚ ਕੰਮ 1980 ਦੇ ਵਿੱਚ ਦਹਾਕੇ 'ਚ ਹੋਣਾ ਚਾਹੀਦਾ ਸੀ, ਉਹ ਅਜੇ ਵੀ ਨਹੀਂ ਹੋ ਰਿਹਾ।
ਤਾਂ ਅਸੀਂ ਇੰਨਾ ਪਿੱਛੇ ਚੱਲ ਰਹੇ ਹਾਂ, ਸਰਕਾਰਾਂ ਦੀ ਕਮਜ਼ੋਰੀ ਕਹਿ ਲਓ ਜਾਂ ਸਿਸਟਮ ਦੀ ਜੋ ਵੀ ਇਹਨੂੰ ਕਹੋ ਤੁਸੀਂ, ਅਸੀਂ ਜਿਹੜੇ ਰਾਹ ਤੁਰਨਾ ਸੀ ਤੁਰ ਹੀ ਨਹੀਂ ਰਹੇ, ਅਸੀਂ ਉਲਟਾ ਕਰ ਰਹੇ ਹਾਂ। ਅਸੀਂ ਪਿੱਛੇ ਵੱਲ ਨੂੰ, ਜਾਂ ਜਿਹੜਾ ਸਿਸਟਮ ਖਰਾਬ ਹੈ ਉਸੇ ਨੂੰ ਹੋਰ ਖਰਾਬ ਕਰਨ ਦੀ ਕੋਸ਼ਿਸ਼ ਲੱਗੇ ਹੋਏ ਹਾਂ। ਇਸ ਕਰਕੇ ਜੇ ਖੇਤੀ ਬਿੱਲ ਇਹ ਰੱਦ ਵੀ ਹੋ ਜਾਣਗੇ, ਪੰਜਾਬ ਦੇ ਖੇਤੀ ਸੈਕਟਰ ਦੀ ਸਮੱਸਿਆ ਦਾ ਹੱਲ ਨਹੀਂ ਹੋਏਗਾ। ਉਹਦੇ ਵਾਸਤੇ ਤਾਂ ਅਲੱਗ ਪੰਜਾਬ ਨੂੰ ਖੁਦ ਹੰਭਲੇ ਮਾਰਨੇ ਪੈਣਗੇ। ਇਹ ਜ਼ਰੂਰੀ ਹੈ ਕਿ ਇਹਨਾਂ ਬਿੱਲਾਂ ਦੇ ਵਿੱਚ ਖਾਮੀਆਂ ਨੇ, ਜਿਨ੍ਹਾਂ ਕਰਕੇ ਕਿਸਾਨ ਦੇ ਹਿੱਤ ਦੀ ਰੱਖਿਆ ਸ਼ਾਇਦ ਨਹੀਂ ਹੋ ਸਕਦੀ। ਕੰਟਰੈਕਟ ਫਾਰਮਿੰਗ ਦੀ ਜਿਵੇਂ ਗੱਲ ਨਹੀਂ ਕੀਤੀ, ਜੇ ਉਹਦੀ ਗੱਲ ਮੈਂ ਕਰਾਂ ਕਿ ਉਹਦੇ ਵਿੱਚ ਖਰਾਬੀ ਇਹ ਹੈ ਕਿ ਕਿਸਾਨ ਨੂੰ ਇਹ ਲੱਗਦਾ, ਜੋ ਕਾਫੀ ਹੱਦ ਤੱਕ ਸਹੀ ਹੈ, ਕਿ ਮੇਰੀ ਜ਼ਮੀਨ ਤੇ ਕੋਈ ਹੋਰ ਖੇਤੀ ਕਰਕੇ ਮੁਨਾਫਾ ਲੈ ਜਾਵੇਗਾ, ਜਦੋਂ ਕਿ ਮੇਰੇ ਮੁਤਾਬਕ ਹੋਣਾ ਇਹ ਚਾਹੀਦਾ ਕਿ ਕੰਟਰੈਕਟ ਫਾਰਮਿੰਗ ਫਾਰਮਰ ਆ ਜਿਹੜਾ, ਉਹ ਪਹਿਲਾ ਤੇ ਸੈਂਟਰਲ ਮੁੱਦਾ, ਮਤਲਬ ਸੈਂਟਰਲ ਮੁੱਦਾ ਹੀ ਆ ਉਹ ਤੋਂ ਬਿਨਾਂ ਕੰਟਰੈਕਟ ਫਾਰਮਿੰਗ ਹੋ ਹੀ ਨਹੀਂ ਸਕਦੀ। ਪਰ ਕਾਨੂੰਨ ਦੇ ਵਿੱਚ ਇਹ ਹੋ ਗਿਆ ਕਿ ਤੁਸੀਂ ਕਿਸਾਨ ਦੀ ਜ਼ਮੀਨ ਠੇਕੇ ਤੇ ਲੈ ਕੇ ਵੀ ਉਹ 'ਤੇ ਖੇਤੀ ਕਰਕੇ ਉਹਨੂੰ ਕੰਟਰੈਕਟ ਫਾਰਮਿੰਗ ਕਹਿ ਦਿਓ। ਮੈਂ ਇਹਦੇ ਖਿਲਾਫ ਲਿਖਿਆ। ਇਹਦੇ 'ਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਰਾਜਸਥਾਨ ਦੀ, ਜਿਵੇਂ ਪੰਜਾਬ ਗਵਰਨਮੈਂਟ ਨੇ ਇਹਨਾਂ ਬਿੱਲਾਂ ਨੂੰ ਅਮੈਂਡ ਕਰਨ ਦੀ ਕੋਸ਼ਿਸ਼ ਕੀਤੀ ਕੁਝ ਮਹੀਨੇ ਪਹਿਲਾਂ, ਛੱਤੀਸਗੜ੍ਹ ਨੇ ਕੀਤੀ, ਤਿੰਨੇ ਕਾਂਗਰਸ ਗਵਰਨਮੈਂਟ, ਰਾਜਸਥਾਨ ਨੇ ਕੀਤੀ। ਰਾਜਸਥਾਨ ਨੇ ਤਾਂ ਆਪਣੇ ਅਮੈਂਡਡ ਐਕਟ ਦੇ ਵਿੱਚ ਇੱਥੋਂ ਤੱਕ ਲਿਖਤਾ ਕਿ ਜੇ ਕੰਪਨੀ ਆਪਣੇ ਬੰਦੇ ਲਗਾ ਕੇ ਕਿਸਾਨ ਦੀ ਜ਼ਮੀਨ 'ਤੇ ਖੇਤੀ ਕਰਦੀ ਹੈ ਕੰਟਰੈਕਟ ਫਾਰਮਿੰਗ ਦੇ ਤਹਿਤ, ਤਾਂ ਕੰਟਰੈਕਟ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਆਪਣੇ ਬੰਦਿਆਂ ਨੂੰ ਕੱਢ ਲੈਣਾ ਚਾਹੀਦਾ ਹੈ। ਜਦੋਂ ਕਿ ਬਿਲਕੁਲ ਹਾਸੋਹੀਣੀ ਤੇ ਇੰਨੀ ਖਰਾਬ ਗੱਲ ਹੈ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਖੇਤੀ ਕੰਪਨੀ ਕਿਵੇਂ ਕਰ ਲੂ? ਖੇਤੀ ਤਾਂ ਕਿਸਾਨ ਕਰਦਾ ਹੈ, ਕੰਪਨੀ ਤਾਂ ਉਹਦੀ ਮਦਦ ਕਰਦੀ ਹੈ, ਉਹਨੂੰ ਇਨਪੁਟ ਦਿੰਦੀ ਹੈ, ਸਪਰੇ ਦਿੰਦੀ ਹੈ, ਤੇ ਉਹਦਾ ਮਾਲ ਖਰੀਦਣ ਦਾ ਐਗਰੀਮੈਂਟ ਕਰਦੀ ਹੈ। ਖੇਤੀ ਕਿਸਾਨ ਕਰਦਾ ਹੈ। ਇਹ 'ਚ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਖੇਤੀ ਕਾਰਪੋਰੇਟ ਫਾਰਮਿੰਗ ਹੋਗੀ, ਤਾਂ ਇਹਨਾਂ ਨੇ ਕੰਟਰੈਕਟ ਫਾਰਮਿੰਗ ਦੇ ਨਾਂ ਥੱਲੇ ਕਾਰਪੋਰੇਟ ਫਾਰਮਿੰਗ ਵੀ ਅਲਾਓ ਕਰ ਰੱਖੀ ਹੈ। ਇਹ ਬੜਾ ਹੀ ਚਿੰਤਾ ਦਾ ਵਿਸ਼ਾ ਜੀ। ਇਹ ਵੀ ਵੈਸਾ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ ਜਿਹੜੀ ਗੱਲਬਾਤ ਹੈ ਉਹ ਕਿਵੇਂ ਸਿਰੇ ਲੱਗ ਸਕਦੀ ਹੈ? ਕੀ ਇਹਨੂੰ ਸਮਝਦੇ ਹੋ? ਕਿਉਂਕਿ ਇੱਕ ਪਾਸੇ ਜਿੰਨੀਆਂ ਵੀ ਮੀਟਿੰਗਾਂ ਪਿਛਲੇ ਸਮੇਂ ਦੌਰਾਨ ਹੋਈਆਂ, ਮੋਦੀ ਸਰਕਾਰ ਇਹੀ ਕਹਿੰਦੀ ਰਹੀ ਆ ਵੀ ਜੀ ਅਸੀਂ ਬਾਕੀ ਜੋ ਮਰਜ਼ੀ ਚੇਂਜ ਕਰਾ ਲਓ, ਪਰ ਅਸੀਂ ਬਿੱਲ ਨਹੀਂ ਪਾੜਨੇ, ਰੱਦ ਨਹੀਂ ਕਰਨੇ। ਹੁਣ ਤੱਕ ਉਹ ਇਸੇ ਕਰਕੇ ਅੜੀ ਹੋਈ ਦੇਖੋ, ਇੱਕ ਤਾਂ ਇਹ ਆਪਾਂ ਨੂੰ ਮੰਨਣਾ ਪਊ ਕਿ ਕੋਈ ਇਹੋ ਜਿਹਾ ਬਿੱਲ ਜਾਂ ਐਕਟ ਕੋਈ ਨਹੀਂ ਹੁੰਦਾ ਜਿਹੜਾ ਵਾਪਸ ਨਾ ਹੁੰਦਾ ਹੋਵੇ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ, ਕਿਉਂਕਿ ਮੈਂ ਇੱਕ ਹੋਰ ਚੈਨਲ 'ਤੇ ਵੀ ਇੱਦਾਂ ਗੱਲ ਹੋਈ, ਉਹ ਦੂਜਾ ਬੰਦਾ ਜਿਹੜਾ ਇਹਦੇ ਪੱਖ 'ਚ ਬੋਲਿਆ ਸੀ, ਕਹਿੰਦਾ ਵੀ ਕਾਨੂੰਨ ਇੱਕ ਵਾਰੀ ਬਣਿਆ ਤਾਂ ਵਾਪਸ ਹੋ ਹੀ ਨਹੀਂ ਸਕਦਾ। ਮੈਂ ਕਿਹਾ ਬਿਹਾਰ 'ਚ ਕੀ ਹੋਇਆ 2006 'ਚ? APMC ਐਕਟ ਨੂੰ ਰਿਪੀਲ ਕੀਤਾ ਕਿ ਨਹੀਂ ਕੀਤਾ? ਮੈਂ ਕਿਹਾ ਅਸੈਂਬਲੀ ਜਾਂ ਪਾਰਲੀਮੈਂਟ ਹੀ ਕਾਨੂੰਨ ਬਣਾਉਂਦੀ ਹੈ, ਉਹੀ ਵਾਪਸ ਲੈ ਸਕਦੇ ਨੇ। ਸਰਕਾਰ ਹਰ ਰੋਜ਼ ਹਜ਼ਾਰਾਂ ਪੁਰਾਣੇ ਕਾਨੂੰਨ ਵਾਪਸ ਲੈ ਕੇ ਖਤਮ ਕਰ ਰਹੀ ਹੈ, ਉਹਨਾਂ ਨੂੰ ਨਵੇਂ ਬਣਾ ਰਹੀ ਹੈ। ਤਾਂ ਇਹ ਨਹੀਂ ਕਿ ਨਹੀਂ ਹੋ ਸਕਦਾ, ਵਾਪਸ ਹੋ ਸਕਦਾ ਜੇ ਤੁਸੀਂ ਮੰਨੋ ਕਿ ਹਾਂ ਇਹਦੇ 'ਚ ਗੜਬੜੀਆਂ ਨੇ, ਸਾਨੂੰ ਇਹਨੂੰ ਨਹੀਂ ਅੱਗੇ ਲਿਜਾਣਾ ਚਾਹੀਦਾ, ਤਾਂ ਹੋ ਸਕਦਾ। ਦੂਜੀ ਜਿਹੜੀ ਗੱਲ ਆ ਗਈ ਸੁਧਾਰਾਂ ਦੀ, ਨਾ ਸੁਧਾਰ ਤਾਂ ਬਹੁਤ ਜ਼ਿਆਦਾ, ਮੈਨੂੰ ਲੋਕ ਪੁੱਛਦੇ ਕਿੰਨੇ ਸੁਧਾਰ, ਮੈਂ ਕਿਹਾ ਵੀ 2 ਦਰਜਨ ਤੋਂ ਵੱਧ ਗੜਬੜੀਆਂ ਨੇ ਦੋਨਾਂ ਬਿੱਲਾਂ ਦੇ ਵਿੱਚ। ਗੜਬੜੀਆਂ ਨੇ। ਜੇ ਕਿਸਾਨ ਦੇ ਹੱਕ ਇਹਨਾਂ ਨੇ ਕਿਸੇ ਐਕਸਪਰਟ ਨੂੰ ਪੁੱਛ ਕੇ ਬਿਨਾਂ ਹੀ ਇਹ ਚੱਕਤਾ ਜੀ ਕੰਮ ਸਾਰਾ? ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਉਸ ਤਰ੍ਹਾਂ ਦਾ ਟਾਈਮ ਸੀਗਾ ਜਾਂ ਜਿੰਨਾ ਜਲਦੀ ਇਹ ਕੀਤਾ ਗਿਆ, ਤਾਂ ਸਮਝ ਨਹੀਂ ਆ ਰਹੀ ਵੀ ਕਿੰਨਾ। ਹਾਂ ਕਿਉਂ, ਹਾਲਾਂਕਿ ਸਰਕਾਰ ਇਹ ਕਹਿੰਦੀ ਹੈ ਕਿ ਇਹ ਚੀਜ਼ਾਂ ਦਾ 18 ਸਾਲ ਤੋਂ ਡਿਸਕਸ ਹੁੰਦੀਆਂ ਆਈਆਂ ਨੇ। ਪਰ ਮੈਂ ਸਵਾਲ ਜਿਹੜਾ ਕਾਊਂਟਰ ਪੁੱਛਦਾ ਹੁੰਦਾ ਕਿ ਜੇ ਤੁਸੀਂ ਸੀਡ ਬਿੱਲ ਤੇ ਜਿਹੜਾ 2004 ਤੋਂ ਅਟਕਿਆ ਪਿਆ, 17 ਸਾਲ ਹੋ ਗਏ, ਉਹ 'ਤੇ ਪਾਰਲੀਮੈਂਟਰੀ ਕਮੇਟੀ ਬਣਾ ਸਕਦੇ ਹੋ। ਪੈਸਟੀਸਾਈਡ ਬਿੱਲ ਆ ਜਿਹੜਾ 2010 ਤੋਂ ਅਟਕਿਆ ਪਿਆ, ਉਹ 'ਤੇ ਪਾਰਲੀਮੈਂਟਰੀ ਕਮੇਟੀ ਬਣਾ ਸਕਦੇ ਹੋ। ਜਿਹੜਾ ਐਡਾ ਵੱਡਾ ਮੁੱਦਾ ਹੈਗਾ ਆਪਣੀ ਮੰਡੀਆਂ ਦਾ, ਇਹ 'ਤੇ ਤੁਸੀਂ ਪਾਰਲੀਮੈਂਟਰੀ ਕਮੇਟੀ ਕਿਉਂ ਨਹੀਂ ਬਣਾਈ ਕਾਨੂੰਨ ਬਣਾਉਣ ਤੋਂ ਪਹਿਲਾਂ? ਤੇ ਇਹ ਸਵਾਲ ਪੁੱਛੇ ਜਾਂਦੇ ਪ੍ਰੋਸੈਸ ਬਾਰੇ ਵੀ, ਜਿਸ ਤਰ੍ਹਾਂ ਕੀਤਾ ਗਿਆ ਕਿਉਂ ਇੰਨੀ ਜਲਦਬਾਜ਼ੀ ਕੀਤੀ ਗਈ, ਪਰ ਕੀ ਸੋਚ ਕੇ ਕੀਤਾ ਗਿਆ ਇਹ ਕਹਿਣਾ ਮੁਸ਼ਕਿਲ ਹੈ। ਪਰ ਇਹਦੀ ਸਮੱਸਿਆ ਹੈ ਕਿ ਜੇ ਸੁਧਾਰ ਕਰਨੇ ਨੇ, ਜੇ ਦੇਖੋ ਕੋਈ ਵੀ ਜਿਹੜਾ ਮੁੱਦਾ ਹੱਲ ਹੁੰਦਾ ਲੈ ਦੇ ਕੇ, ਹੁਣ ਕਿਸਾਨ ਅੜੇ ਹੋਏ ਨੇ ਕਿ ਤਿੰਨੇ ਵਾਪਸ ਕਰੋ, ਦੋ ਵਾਪਸ ਕਰੋ, ਅਮੈਂਡਮੈਂਟ ਨੂੰ ਵਾਪਸ ਕਰੋ ਤੇ MSP ਤੇ ਲੀਗਲ ਗਰੰਟੀ ਦਿਓ। ਸਰਕਾਰ ਕਹਿ ਰਹੀ ਹੈ ਵੀ ਸੁਧਾਰ ਜਿੰਨੇ ਮਰਜ਼ੀ ਕਰਵਾ ਲਓ, ਵਾਪਸ ਹੀ ਨਾ ਲਾਵਾਂਗੇ। ਮੇਰਾ ਇਹ ਮੰਨਣਾ ਹੈ ਕਿ ਲੈ ਦੇ ਕੇ ਗੱਲ ਤੇ ਹੋ ਸਕਦੀ ਹੈ। ਜਿਵੇਂ ਇੱਕ ਕਾਨੂੰਨ ਹੈ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ, ਉਹਦੇ ਵਿੱਚ ਇੰਨੀ ਵੱਡੀ ਸਮੱਸਿਆ ਨਹੀਂ, ਨੂੰ ਵਾਪਸ ਲੈਣਾ ਪਵੇ, ਉਹਨੂੰ ਤੁਸੀਂ ਸੁਧਾਰ ਕਰਕੇ ਉਹ ਚੱਲ ਸਕਦਾ ਸੈਂਟਰਲ ਗਵਰਨਮੈਂਟ ਲੈਵਲ 'ਤੇ, ਕੇਂਦਰੀ ਕਾਨੂੰਨ ਦੇ ਤੌਰ 'ਤੇ ਚੱਲ ਸਕਦਾ। APMC ਵਾਲਾ ਕਾਨੂੰਨ ਹੈ ਜਿਹੜਾ, ਇਹਨੇ ਕਾਫੀ ਹਿਲਚਲ ਪੈਦਾ ਕਰਨੀ ਹਰ ਇੱਕ ਲਈ, ਕਿਸਾਨਾਂ ਲਈ, ਆੜ੍ਹਤੀਆਂ ਲਈ, ਵਪਾਰੀਆਂ ਲਈ, ਮੰਡੀ ਸਿਸਟਮ ਲਈ। ਹਾਂ ਇਹ ਬਿਲਕੁਲ ਸ਼ੌਕ ਟ੍ਰੀਟਮੈਂਟ ਟਾਈਪ ਹੈ, ਅਤੇ ਇਹਨੂੰ ਸ਼ਾਇਦ ਹੋ ਸਕਦਾ ਵਾਪਸ ਲੈਣ ਨਾਲ ਸਮੱਸਿਆ ਹੱਲ ਹੋਵੇ। ਤੀਜਾ ਜਿਹੜਾ ਕਾਨੂੰਨ ਹੈ ਜ਼ਰੂਰੀ ਵਸਤਾਂ ਦਾ, ਉਹ 'ਚ ਮੇਰਾ ਇਹ ਮੰਨਣਾ ਹੈ ਕਿ ਤੁਸੀਂ ਉਹ ਜਿਹੜੀਆਂ ਛੋਟਾਂ ਦਿੱਤੀਆਂ ਨੇ ਵੀ ਤੁਸੀਂ ਜਿੰਨਾ ਚਿਰ 50% ਦੀ ਕੀਮਤ ਵੱਧਦੀ ਖਾਣ ਵਾਲੀਆਂ ਵਸਤਾਂ 'ਤੇ 100% ਨਹੀਂ ਵੱਧਦੀ, ਫਰੂਟ ਵੈਜੀਟੇਬਲ ਦੋਨਾਂ 'ਚ ਅਸੀਂ ਤੁਹਾਡੇ ਛਾਪਾ ਨਹੀਂ ਮਾਰਾਂਗੇ, ਉਹ ਜੋ ਬਹੁਤ ਜ਼ਿਆਦਾ ਖੁੱਲ੍ਹ ਦੇ ਰੱਖੀ ਹੈ, ਉਹਨੂੰ ਤੁਸੀਂ ਘੱਟ ਕਰਕੇ 20 ਜਾਂ 40% ਕਰਕੇ 30 ਜਾਂ 50% 'ਤੇ ਲਿਆ ਕੇ ਉੱਥੇ ਗੱਲ ਬਣ ਸਕਦੀ ਹੈ। ਜੇ ਤੁਸੀਂ ਬਿਲਕੁਲ ਵਾਪਸ ਨਹੀਂ ਕਰਨਾ ਚਾਹੁੰਦੇ ਹੋ ਅਮੈਂਡਮੈਂਟਸ ਨੂੰ,
ਤਾਂ ਉੱਥੇ ਵੀ ਨੈਗੋਸ਼ੀਏਸ਼ਨ ਹੋ ਸਕਦੀ ਹੈ। ਚੌਥਾ ਜਿਹੜਾ ਮੁੱਦਾ ਹੋਰ ਪੇਚੀਦਾ ਮੁੱਦਾ ਹੈ ਉਹ ਐਮਐਸਪੀ ਦਾ, ਕਿ ਐਮਐਸਪੀ ਦਾ ਇੱਕ ਕਾਨੂੰਨੀ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਐਮਐਸਪੀ ਤੇ ਵੇਚਣ ਦਾ, ਸਰਕਾਰ ਐਸਾ ਕਾਨੂੰਨ ਬਣਾਵੇ। ਇਹ ਤੇ ਮੇਰੀ ਥੋੜੀ ਜਿਹੀ ਰਾਏ ਕਿਸਾਨ ਯੂਨੀਅਨ ਨਾਲੋਂ ਅਲੱਗ ਹੈ। ਉਹ ਇਸ ਲਈ ਕਿ ਮੈਂ ਮੰਨਦਾ ਕਿ ਜਿਹੜੀ ਸਰਕਾਰ ਮੰਡੀਆਂ ਖੋਲ੍ਹ ਰਹੀ ਹੈ ਉਹੀ ਸਰਕਾਰ ਉਸੇ ਟਾਈਮ ਕਿਵੇਂ ਪ੍ਰਾਈਵੇਟ ਸੈਕਟਰ ਨੂੰ ਕਹਿ ਦੂ ਕਿ ਤੁਸੀਂ ਇਦੋਂ ਥੱਲੇ ਨਹੀਂ ਖਰੀਦ ਸਕਦੇ। ਇਹ ਤਾਂ ਉਹ ਆਪਣੇ ਲੌਜਿਕ ਦੇ ਖਿਲਾਫ ਹੀ ਗੱਲ ਹੋ ਗਈ ਨਾ। ਇੱਕ ਵਾਰ ਤੁਸੀਂ ਕਹਿੰਦੇ ਆਓ ਜੀ ਤੁਸੀਂ ਸਾਡੀ ਮੰਡੀ 'ਚ ਇਨਵੈਸਟ ਕਰੋ, ਖਰੀਦੋ ਜਿੱਥੋਂ ਮਰਜ਼ੀ ਖਰੀਦੋ, ਆਹ ਚੈਨਲ ਲਓ, ਉਹ ਚੈਨਲ ਲਓ, ਆਹ ਕਿਸਾਨ ਤੋਂ ਲਓ, ਜਿੱਥੇ ਮਰਜ਼ੀ ਲਓ, ਜਦੋਂ ਮਰਜ਼ੀ ਖਰੀਦੋ। ਫਿਰ ਦੇਖੋ ਨਾ ਜੀ 2000 ਤੋਂ ਘੱਟ ਕੁਇੰਟਲ ਨਹੀਂ ਖਰੀਦਣਾ। ਇਹ ਗੱਲ 12 ਨਹੀਂ ਖਾਂਦੀ ਲੱਗਦੀ ਅੱਜ ਦੇ ਹਾਲਾਤ ਵਿੱਚ ਜਿੱਥੇ ਆਪਾਂ ਮੰਡੀ ਦੀ ਗੱਲ ਕਰ ਰਹੇ ਹਾਂ। ਮੈਂ ਜਿਵੇਂ ਐਮਐਸਪੀ ਦੇ ਰਾਈਟ ਨੂੰ ਸਮਝਦਾ, ਲੀਗਲ ਬਣਾਉਣ ਦੇ ਰਾਈਟ, ਮੇਰਾ ਮੰਨਣਾ ਇਹ ਹੈ ਕਿ ਦੇਖੋ ਇਹ ਜਿਹੜਾ ਐਮਐਸਪੀ ਦਾ ਵਾਅਦਾ ਸਰਕਾਰ ਕਰਦੀ ਹੈ, ਐਮਐਸਪੀ ਦੀਆਂ ਜਿਹੜੇ ਪ੍ਰਾਈਸਿਸ ਨੇ ਕ੍ਰੌਪ ਬਾਈ ਤੇ ਫਸਲਾਂ ਦੀਆਂ ਤੇ ਗੰਨੇ ਦੀਆਂ ਸਰਕਾਰ ਅਨਾਉਂਸ ਕਰਦੀ ਹੈ। ਤਾਂ ਇਹ ਸਰਕਾਰ ਦੀ ਜਵਾਬਦੇਹੀ ਬਣਦੀ ਹੈ ਤੁਸੀਂ ਅਨਾਉਂਸ ਕਰਕੇ ਖਰੀਦਦੇ ਕਿਉਂ ਨਹੀਂ। ਤਾਂ ਉੱਥੇ ਸਰਕਾਰ ਇਸ ਚੀਜ਼ ਨੂੰ ਇਸ ਤਰ੍ਹਾਂ ਲੀਗਲ ਕਰ ਸਕਦੀ ਹੈ ਜਾਂ ਕਿਸਾਨ ਇਹ ਮੰਗ ਕਰ ਸਕਦੇ ਨੇ ਕਿ ਜੇ ਸਾਡਾ ਮਾਲ ਐਮਐਸਪੀ ਤੇ ਨਹੀਂ ਵਿਕਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਾਨੂੰ ਐਮਐਸਪੀ ਤੇ ਚਾਹੇ ਤਾਂ ਖਰੀਦੇ ਉਹ ਸਾਡਾ ਮਾਲ, ਚਾਹੇ ਸਾਨੂੰ ਜੇ ਘੱਟ ਵਿਕਦਾ ਜਿਹੜਾ ਗੈਪ ਹੈ ਸਾਨੂੰ ਸਾਡਾ ਪੂਰਾ ਕਰੇ ਉਹ। ਤਾਂ ਇਹ ਹੈ ਕਿਉਂਕਿ ਪ੍ਰਾਈਵੇਟ ਨੂੰ ਇਹਦੇ ਵਿੱਚ ਬੰਨਣਾ ਮੈਨੂੰ ਨਹੀਂ ਲੱਗਦਾ। ਉਹ ਸਿਰਫ ਫਿਰ ਤਾਂ ਤੁਸੀਂ ਸਾਰੀ ਮੰਡੀ ਤੇ ਮਤਲਬ ਇੱਕੋ ਕਰ ਰਹੇ ਹੋ ਹਮਲਾ ਕਿ ਪ੍ਰਾਈਵੇਟ ਮੰਡੀ ਫਿਰ ਆਪਣੇ ਆਪ 'ਚ ਕੁਛ ਹੈ ਹੀ ਨਹੀਂ, ਫਿਰ ਉਹ ਡਿਵੈਲਪ ਹੀ ਨਹੀਂ ਹੋਊਗੀ। ਹਾਂ, ਕਿਉਂਕਿ ਤੁਸੀਂ ਪ੍ਰਾਈਸ ਕੰਟਰੋਲ ਕਰਤਾ, ਪ੍ਰਾਈਵੇਟ ਨੂੰ ਕੀ ਫਰੀडम ਰਹਿ ਗਈ? ਫਿਰ ਤਾਂ ਸਾਰਾ ਉਹਨਾਂ ਦਾ ਡਿਮਾਂਡ ਸਪਲਾਈ ਉਸ ਮੁਤਾਬਕ ਹੀ ਚੱਲੂ। ਫਿਰ ਤਾਂ ਮਾਰਕੀਟ 'ਚ ਆਉਣੇ ਨਹੀਂ ਬੰਦੇ। ਕਿਉਂ ਜਿਹੜੀ ਸਰਕਾਰ ਪ੍ਰਾਈਵੇਟ ਮੰਡੀਆਂ ਵਿਕਸਿਤ ਕਰਨ ਦੀ ਸੋਚ ਰਹੀ ਹੈ ਉਹ ਇਹ ਕਿਵੇਂ ਕਹਿ ਦੂ ਕਿ ਪ੍ਰਾਈਵੇਟ ਤੋਂ ਥੱਲੇ। ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਮਹਾਰਾਸ਼ਟਰ 'ਚ ਇਹ ਹੋਇਆ ਐਕਚੁਅਲੀ। ਇਹ ਆਪਾਂ ਅਸੀਂ ਭੁਗਤ ਚੁੱਕੇ ਹਾਂ ਆਲਰੇਡੀ। ਮਹਾਰਾਸ਼ਟਰ ਦੇ ਵਿੱਚ ਫਾਰਮਰ ਯੂਨੀਅਨ ਦਾ ਪ੍ਰੈਸ਼ਰ ਆਇਆ ਕਿ ਜੀ ਸਾਡਾ ਮਾਲ ਨਹੀਂ ਵਿਕਦਾ ਐਮਐਸਪੀ ਤੇ, ਇਸ ਨੂੰ ਇਹ ਕਾਨੂੰਨੀ ਕਰ ਦਿਓ ਕਿ ਕੋਈ ਵੀ ਜਿਹੜਾ ਐਮਐਸਪੀ ਥੱਲੇ ਖਰੀਦੂਗਾ ਉਹਨੂੰ ਜੁਰਮਾਨਾ ਹੋਊਗਾ ਜਾਂ ਜੇਲ੍ਹ ਹੋਊਗੀ। ਉਹਨਾਂ ਨੇ ਕੀਤਾ, 1 ਹਫ਼ਤੇ ਦੇ ਅੰਦਰ ਹੀ ਸਾਰੇ ਵਪਾਰੀ ਸਟ੍ਰਾਈਕ ਤੇ ਚਲੇ ਗਏ। 1 ਹਫ਼ਤੇ ਦੇ ਅੰਦਰ ਮਹਾਰਾਸ਼ਟਰ ਦੀ ਅਸੈਂਬਲੀ ਨੂੰ ਉਹੀ ਬਿੱਲ ਵਾਪਸ ਲੈਣਾ ਪਿਆ। ਇਹ ਇਸ ਤਰ੍ਹਾਂ ਦੇ ਜਿਹੜੇ ਇਹ ਸਰਕਾਰਾਂ ਬਣਾਉਂਦੀਆਂ ਨੇ ਜੀ, ਇਹ ਬੜਾ ਪੇਚੀਦਾਰ ਮਸਲਾ ਹੋ ਜਾਣਾ ਇਹਦੇ ਨਾਲ। ਇਸੇ ਤਰ੍ਹਾਂ ਪ੍ਰੋਫੈਸਰ ਸਾਹਿਬ, ਜਿੱਦਾਂ ਆਪਾਂ ਗੱਲ ਕਰਦੇ ਹਾਂ ਨਵੇਂ ਖੇਤੀ ਕਾਨੂੰਨ, ਖੇਤੀ ਸੰਕਟ, ਖੇਤੀ ਦੇ ਬਦਲਵੇਂ ਮਾਡਲ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਕਿਸਾਨੀ ਸੰਘਰਸ਼ ਵੱਡੀ ਲਹਿਰ ਵਜੋਂ ਉੱਭਰ ਰਿਹਾ। ਦੁਨੀਆ ਭਰ ਦੇ ਵਿੱਚ ਜਿਹੜੇ ਇਹ ਪਹਿਲਾਂ ਕਾਨੂੰਨ ਆਏ ਨੇ ਉੱਥੋਂ ਦੀ ਜੇ ਆਪਾਂ ਨੂੰ ਦੇਖਦੇ ਹਾਂ ਤਾਂ ਉਹ ਅਸਫਲ ਹੀ ਹੋਏ ਨੇ। ਮਤਲਬ ਉੱਥੇ ਕੋਈ ਉਹਨਾਂ ਨੂੰ ਵੱਡੀ ਸਫਲਤਾ ਨਹੀਂ ਮਿਲੀ। ਚਾਹੇ ਅਮਰੀਕਾ ਦੀ ਮਾਡਲ ਦੀ ਗੱਲ ਕਰੀਏ, ਇਹ ਖੇਤੀ ਕਾਨੂੰਨ ਉੱਥੇ ਵੀ ਲਾਗੂ ਹੋਏ, ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨਾਂ ਨੇ ਉੱਥੇ ਦਬਾਅ ਪਵਾ ਕੇ ਉੱਥੇ ਵੀ ਕੀਤਾ। ਪਰ ਜੇ ਹੁਣ ਸਾਡੇ ਦੇਸ਼ 'ਚ ਇਹ ਲਾਗੂ ਹੋ ਜਾਂਦੇ ਤਾਂ ਜਿਹੜੇ ਪਹਿਲਾਂ ਹੀ ਫੇਲ ਨੇ ਉਹ ਕੀ ਕਰਨਗੇ? ਇਹਦੇ ਬਾਰੇ ਕੀ ਰਾਏ ਆ ਤੁਹਾਡੀ? ਦੇਖੋ ਇਹਦੇ 'ਚ ਕਿਹੜੇ ਕਿਸਾਨ ਦੇ ਪੱਖ ਤੋਂ ਤੁਸੀਂ ਗੱਲ ਕਰਦੇ ਹੋ ਇਹ ਮੈਟਰ ਕਰਦਾ। ਜੇ ਆਪਾਂ ਕਹਿੰਦੇ ਵੀ ਭਾਰਤ ਜਿਹੜੇ ਛੋਟੇ ਕਿਸਾਨਾਂ ਦਾ ਦੇਸ਼ ਹੈ ਤੇ ਮੇਰਾ ਸਾਰਾ ਕੰਮ ਹੈ ਛੋਟੇ ਕਿਸਾਨ ਦੇ ਪੱਖੋਂ ਮੈਂ ਦੇਖਦਾ ਹਰ ਚੀਜ਼ ਨੂੰ। ਜੇ ਛੋਟੇ ਕਿਸਾਨ ਦੇ ਪੱਖ ਤੋਂ ਆਪਾਂ ਦੇਖੀਏ ਤਾਂ ਉਹਦਾ ਮੰਡੀ ਨਾਲ ਭਿੜਨਾ ਲਗਭਗ ਨਾਮੁਮਕਿਨ ਹੈ। ਕੋਈ ਇੰਨਾ ਛੋਟਾ ਹੈ ਉਹ ਕਿਸ ਕੰਪਨੀ ਨਾਲ ਕਿਵੇਂ ਡੀਲ ਕਰ ਲੂ, ਕਿਸੇ ਵੱਡੇ ਵਪਾਰੀ ਨੂੰ ਕਿਵੇਂ ਵੇਚ ਦੂ, ਕਿਵੇਂ ਆਪਦਾ ਹਿੱਤ ਉਹਦੇ 'ਚ ਕਰ ਲੂ ਉਹ। ਇਸ ਕਰਕੇ ਮੈਂ ਮੰਨਦਾ ਤੁਸੀਂ ਆਲਟਰਨੇਟਿਵ ਦੀ ਗੱਲ ਕੀਤੀ। ਜੇ ਤੁਸੀਂ ਕਿਸਾਨਾਂ ਨੂੰ ਮੰਡੀਆਂ ਖੋਲ੍ਹ ਕੇ ਉਹਨਾਂ ਪੜ੍ਹਾਉਣਾ ਹੈ ਤਾਂ ਤੁਸੀਂ ਉਹਨੂੰ ਪਲੇਟਫਾਰਮ ਦਿਓ। ਪਲੇਟਫਾਰਮ ਕੋਆਪਰੇਟਿਵ ਦਾ ਹੋ ਸਕਦਾ ਹੈ, ਪ੍ਰੋਡਿਊਸਰ ਕੰਪਨੀ ਦਾ ਹੋ ਸਕਦਾ ਹੈ, ਸੈਲਫ ਹੈਲਪ ਗਰੁੱਪ ਦਾ ਹੋ ਸਕਦਾ ਹੈ, ਫੈਡਰੇਸ਼ਨ ਦਾ ਹੋ ਸਕਦਾ ਹੈ। ਐਸੋ 7-8 ਦੇ ਲੀਗਲ ਬਦਲ ਹੈਗੇ ਇੰਡੀਆ ਦੇ ਵਿੱਚ। ਸਹਿਕਾਰੀ ਢਾਂਚੇ ਵੱਲ ਜਾਣਾ, ਸਹਿਕਾਰੀ ਢਾਂਚੇ ਵੱਲ, ਪਰ ਸਹਿਕਾਰੀ ਖੇਤੀ ਵੱਲ ਨਹੀਂ। ਮੇਰਾ ਥੋੜ੍ਹਾ ਜਿਹਾ ਲੋਕਾਂ ਨੂੰ ਫਰਕ ਹੈ। ਜਿਹੜਾ ਆਪਣੇ ਐਕਸਪਰਟ ਪੰਜਾਬ ਦੇ ਕਹਿੰਦੇ ਨੇ ਸਹਿਕਾਰੀ ਖੇਤੀ, ਮੈਂ ਉਹਦੇ ਨਾਲ ਨਹੀਂ ਸਹਿਮਤ ਹਾਂਗਾ। ਕਿਉਂਕਿ ਛੋਟਾ ਕਿਸਾਨ ਜਿਹੜਾ ਇੰਡੀਆ ਦੇ ਵਿੱਚ ਉਹ ਸਭ ਤੋਂ ਐਫੀਸ਼ੀਐਂਟ ਹੈ, ਉਹ ਸਭ ਤੋਂ ਵੱਧ ਮਾਲ ਕੱਢਦਾ ਏਕੜ ਦੇ ਵਿੱਚੋਂ ਪਰ ਯੂਨਿਟ ਤੌਰ 'ਤੇ। ਇਹ ਸਟੱਡੀ ਨੈਸ਼ਨਲ ਲੈਵਲ 'ਤੇ ਹੋਈਆਂ। ਮੈਂ ਵੀ ਛੋਟੇ ਅਤੇ ਖੁਸ਼ਹਾਲ ਕਿਸਾਨਾਂ ਦੀ 3 ਸਟੇਟਾਂ ਦੀ ਸਟੱਡੀ ਕੀਤੀਆਂ, 36 ਕਿਸਾਨਾਂ ਦੀਆਂ ਡਿਟੇਲ। ਪੰਜਾਬ 'ਚ ਮਲੇਰਕੋਟਲਾ, ਗੁਜਰਾਤ 'ਚ, ਮਹਾਰਾਸ਼ਟਰ 'ਚ ਇੰਨੇ ਕਿਸਾਨ ਜਿਹੜੇ 1-1 ਏਕੜ ਦੇ ਵਿੱਚੋਂ 5-5 ਏਕੜ ਤੋਂ ਘੱਟ 'ਤੇ ਖੇਤੀ ਕਰਦੇ ਨੇ, ਚਾਹੇ ਆਪਦੀ ਹੋਵੇ ਚਾਹੇ ਠੇਕੇ 'ਤੇ ਲਈ ਹੋਵੇ। 1-1 ਏਕੜ 'ਚੋਂ 3 ਤੋਂ ਲੈ ਕੇ 5 ਲੱਖ ਰੁਪਇਆ, ਕਈ ਤਾਂ 7 ਲੱਖ ਰੁਪਇਆ ਕਿੱਲਾ ਵੀ ਕਮਾ ਰਹੇ ਨੇ। ਪਰ ਤੁਹਾਨੂੰ ਇਹਦੇ ਹੁਣ ਪੰਜਾਬ ਵਾਸਤੇ ਲੈਸਨ ਹੈ, ਉਹਨਾਂ ਕਿਸਾਨਾਂ 'ਚੋਂ ਕੋਈ ਵੀ ਕਿਸਾਨ ਕਣਕ ਚੌਲ ਦੀ ਖੇਤੀ ਨਹੀਂ ਕਰਦਾ ਪਾਇਆ ਗਿਆ। ਅਸੀਂ ਤਾਂ ਝੋਨੇ ਤੇ ਕਿਉਂਕਿ ਇਹ ਤੁਸੀਂ ਲਿਮਿਟ ਸਮਝੋ ਕਿ ਕਣਕ ਤੇ ਚੌਲ ਦੇ ਵਿੱਚ ਸਰਕਾਰ ਦੀ ਇੰਨੀ ਵੱਡੀ ਸ਼ਮੂਲੀਅਤ ਹੈ ਕਿ ਪ੍ਰਾਈਸ ਇੱਕ ਲੈਵਲ ਤੋਂ ਵੱਧ ਜਾ ਨਹੀਂ ਸਕਦੀ ਜੀ, ਲਾਗਤ ਘਟ ਨਹੀਂ ਸਕਦੀ ਖਦ ਤੋਂ ਵੱਧ। ਝਾੜ ਆਪਾਂ ਪਹੁੰਚ ਚੁੱਕੇ ਹਾਂ ਲਿਮਿਟ ਤੇ ਆਲਰੇਡੀ। ਪਾਣੀ ਤੇ ਜਿਸ ਲੈਵਲ ਤੇ ਪਾਣੀ ਦਾ ਆਪਾਂ ਘਾਣ ਕਰ ਰਹੇ ਹਾਂ, ਕੈਮੀਕਲਾਈਜੇਸ਼ਨ ਹੋ ਰਿਹਾ, ਸਾਰਾ ਕੁਛ ਇਹ ਤੋਂ ਪੰਜਾਬ ਨੂੰ ਤਾਂ ਮੈਂ ਕਹਿੰਦਾ ਇਸ ਖੇਤੀ ਵਿੱਚੋਂ 20-25 ਸਾਲ ਪਹਿਲਾਂ ਨਿਕਲ ਜਾਣਾ ਚਾਹੀਦਾ ਸੀ। ਇੰਗਲਿਸ਼ ਅਸੀਂ ਕਹਿੰਦੇ ਪੰਜਾਬ ਹੈਜ਼ ਓਵਰਸਟੇਡ ਇਨ ਐਗਰੀਕਲਚਰ। ਜੀ, ਜਿਸ ਤਰ੍ਹਾਂ ਐਗਰੀਕਲਚਰ ਪੰਜਾਬ 'ਚ ਹੋ ਰਹੀ ਹੈ, ਮੈਂ ਤਾਂ ਇਹਨੂੰ ਮੰਨਦਾ ਵੀ ਇਹ ਖੇਤੀ ਹੈ ਹੀ ਨਹੀਂ ਐਕਚੁਅਲੀ ਜੀ, ਕੁਛ ਹੋਰ ਹੀ ਚੱਲ ਰਿਹਾ ਹੈ। ਬਿਲਕੁਲ ਹਾਂ, ਤਾਂ ਇਹ ਜਿੰਨਾ ਚਿਰ ਇਹ 'ਚੋਂ ਨਹੀਂ ਨਿਕਲਦੇ ਆਪਾਂ ਉਹ 'ਚੋਂ ਨਿਕਲਣ ਲਈ ਆਪਾਂ ਨੂੰ ਆਲਟਰਨੇਟਿਵ ਸੰਸਥਾਵਾਂ ਕ੍ਰੀਏਟ ਕਰਨੀਆਂ ਪੈਣਗੀਆਂ। ਜਿਵੇਂ ਗੱਲ ਮੈਂ ਕਰ ਰਿਹਾ ਸੀ ਫਾਰਮਰ ਪ੍ਰੋਡਿਊਸਰ ਕੰਪਨੀਜ਼ ਦੀ ਜੀ,
ਨਾ ਇਹਦੇ ਚ ਇੰਨਾ ਵੱਡਾ ਪਸਾਰਾ 2003 ਤੋਂ ਜਦੋਂ ਸੈਪਰੇਟ ਕਾਨੂੰਨ ਬਣਿਆ ਪ੍ਰੋਡਿਊਸਰ ਕੰਪਨੀ ਦਾ ਇੰਡੀਆ ਦੇ ਵਿੱਚ, ਕੰਪਨੀਜ਼ ਐਕਟ ਦੇ ਵਿੱਚ ਇੱਕ ਚੈਪਟਰ ਪਾਇਆ ਗਿਆ ਕਿ ਕੋਈ ਵੀ 10 ਕਿਸਾਨ ਜਾਂ ਉਹਨਾਂ ਦੀਆਂ ਸੰਸਥਾਵਾਂ ਇਕੱਠੇ ਹੋ ਕੇ ਆਪਣੀ ਇੱਕ ਕੰਪਨੀ ਖੜੀ ਕਰ ਸਕਦੀਆਂ ਨੇ, ਜਿਹੜਾ ਮਰਜ਼ੀ ਬਿਜ਼ਨਸ ਕਰੇ ਜੀ। ਕੋਈ ਰਜਿਸਟਰ ਆਫ ਕੋਆਪਰੇਟਿਵ ਦਖਲਅੰਦਾਜ਼ੀ ਨਹੀਂ ਕਰ ਸਕਦਾ, ਕੋਈ ਸਰਕਾਰ ਦਾ ਨੁਮਾਇੰਦਾ ਉਹ 'ਚ ਨਹੀਂ ਬਹਿ ਸਕਦਾ। ਕਿਸਾਨਾਂ ਦੀ ਕੰਪਨੀ ਕਿਸਾਨਾਂ ਲਈ, ਕਿਸਾਨਾਂ ਵਾਸਤੇ ਹੀ ਕੰਮ ਕਰੇਗੀ ਜੀ। ਉਹਦੇ ਵਿੱਚ ਪੰਜਾਬ ਬੜਾ ਵਿਛੜ ਗਿਆ ਕਿ ਨੌਲੇਜ ਹੀ ਨਹੀਂ ਹੈ ਜੀ, ਹਾਂ, ਕੋਈ ਜਾਗਰੂਕਤਾ ਹੀ ਨਹੀਂ ਹੈਗੀ, ਬਿਲਕੁਲ ਕੋਈ ਦੱਸਦਾ ਹੀ ਨਹੀਂ, ਸਰਕਾਰਾਂ ਨਾ ਸੁਣਦਾ ਕਿਉਂਕਿ ਉਹਨਾਂ ਨੂੰ ਬੜਾ ਸੌਖਾ। ਅਸੀਂ ਕਹਿ ਦਿੰਦੇ ਆ, ਮੈਂ ਵੀ ਕਿਸਾਨ ਪਰਿਵਾਰ ਚੋਂ ਹਾਂ, ਤੁਸੀਂ ਵੀ ਕਿਸਾਨ ਪਰਿਵਾਰ ਚੋਂ ਹੋ, ਤੇ ਜਦੋਂ ਗੱਲ ਕਰੀਦੀ ਆ ਤਾਂ ਉਹਨਾਂ ਦਾ ਕਹਿਣਾ ਵੀ ਕਣਕ ਵਿਕ ਗਈ, ਹੁਣ ਝੋਨਾ ਬੀਜ ਦੇਣਾ। ਝੋਨਾ ਵਿਕ ਗਿਆ ਤਾਂ ਅਸੀਂ ਕਣਕ ਬੀਜ ਦੇਣੀ। ਇਹ ਤੇ ਹੋਰ ਤੁਸੀਂ ਕਲਚਰ ਦੀ ਗੱਲ ਸੁਣੋ, ਸਾਨੂੰ ਉਹ ਸੌਖੇ ਜਿਹੇ ਪੈਸੇ ਆ ਜਾਂਦੇ ਆ ਨਾ। ਨਹੀਂ, ਮੈਂ ਇਹਨੂੰ MSP ਕਲਚਰ ਕਹਿਣਾ ਪੰਜਾਬ ਦਾ। ਦੇਖੋ ਕੀ ਕਹਿੰਦੇ ਨੇ, ਕਿੱਥੇ ਚੱਲਿਆ? ਝੋਨਾ ਸੁੱਟਣ ਚੱਲਿਆ। ਕਿੱਥੇ ਚੱਲਿਆ? ਕਣਕ ਸੁੱਟਣ ਚੱਲਿਆ। ਮੈਂ ਕਿਹਾ ਵੀ ਤੂੰ ਸੁੱਟਣ ਕੋ ਜਾਣੋ, 6 ਮਹੀਨੇ ਦੀ ਮਿਹਨਤ ਕਰਕੇ ਵੇਚਣ ਜਾਇਆ ਕਰੋ। ਕਿਉਂਕਿ ਪੰਜਾਬ ਦਾ ਕਿਸਾਨ ਇਹ ਸਮਝਦਾ ਕਿ ਖੇਤ ਵਿੱਚ ਬੈਠੇ ਉਹਦੀ ਜੇਬ ਭਰੀ ਜਾਵੇ। ਇਹ ਜ਼ਮਾਨਾ ਬਦਲ ਗਿਆ ਹੈ। ਪੈਸਾ ਮੈਂ ਕਹਿੰਦਾ ਮੰਡੀ ਵਿੱਚ ਹੈ, ਖੇਤ ਵਿੱਚ ਨਹੀਂ ਹੈ। ਖੇਤ ਦੀ ਤੁਹਾਡੀ ਮਿਹਨਤ ਬੇਕਾਰ ਹੈ ਜੇ ਤੁਸੀਂ ਮੰਡੀ ਵਿੱਚ ਆਪਣਾ ਪੈਰ ਨਹੀਂ ਰੱਖ ਸਕਦੇ, ਪੈਰ ਰੱਖ ਕੇ ਨਹੀਂ ਆਪਣਾ ਹਿੱਸਾ ਮੰਗ ਸਕਦੇ। ਕੋਈ ਫਾਇਦਾ ਨਹੀਂ ਖੇਤਾਂ 'ਚ ਮਿਹਨਤ ਕਰਨ ਦਾ। ਉਹ ਪਹਿਲਾਂ ਕਹਿੰਦੇ ਨੇ ਵੀ ਦੱਬ ਕੇ ਵਾਹ, ਰੱਜ ਕੇ ਖਾ। ਹੁਣ ਜ਼ਮਾਨਾ ਆ ਗਿਆ ਸੋਚ ਕੇ ਵਾਹ ਤੇ ਸੋਚ ਕੇ ਖਾ। ਤਾਂ ਜਿੰਨਾ ਚਿਰ ਇਹ ਸੋਚ ਨਹੀਂ ਬਦਲਦੀ ਕਿਸਾਨੀ ਦੀ ਆਪਣੇ ਪੰਜਾਬ ਦੇ ਵਿੱਚ, ਕਿ ਸਾਨੂੰ ਹੁਣ ਪੈਸਾ ਕਮਾਉਣ ਲਈ ਦੁਕਾਨਾਂ ਵੀ ਕਰਨੀਆਂ ਪੈਣਗੀਆਂ, ਮੰਡੀਆਂ 'ਚ ਵੀ ਬੈਠਣਾ ਪਊਗਾ, ਆਪਦੇ ਅਦਾਰੇ ਵੀ ਖੜੇ ਕਰਨੇ ਪੈਣਗੇ, ਉਹਨਾਂ ਚਿਰ ਪੰਜਾਬ ਦਾ ਕਲਿਆਣ ਨਹੀਂ ਹੁੰਦਾ। ਇੱਕ ਮੈਂ ਗੱਲ ਹੋਰ ਇਹ ਤੋਂ ਪਹਿਲਾਂ ਕਿ ਤੁਸੀਂ ਹੋਰ ਅਗਲਾ ਸਵਾਲ ਪੁੱਛੋ, ਤੁਹਾਨੂੰ ਇਹ ਜਾਣ ਕੇ ਹੈਰਾਨੀ ਵੀ ਹੋਊ ਵੀ ਪੰਜਾਬ ਜਿਸ ਪਾਸੇ ਚੱਲਿਆ ਹੋਇਆ, ਪੰਜਾਬ ਨੇ ਛੋਟੇ ਕਿਸਾਨ ਨੂੰ ਖੇਤੀ ਵਿੱਚੋਂ ਬਾਹਰ ਕਰ ਦਿੱਤਾ ਆਲਰੇਡੀ। ਇਹ ਬਹੁਤ ਲੋਕਾਂ ਨੂੰ, ਜਦੋਂ ਮੈਂ ਅੰਕੜਾ ਦਿੰਦਾ ਬਹੁਤ ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਇਹ ਪੰਜਾਬ ਦੇ ਵਿੱਚ ਛੋਟੇ ਤੇ ਸੀਮਾਂਤ ਕਿਸਾਨ ਜਿਹੜੇ 5 ਏਕੜ ਤੋਂ ਘੱਟ ਵਾਹੁੰਦੇ ਨੇ, ਸਿਰਫ 30-32% ਰਹਿ ਗਏ ਨੇ। ਸਿਰਫ 8% ਖੇਤੀ ਉਹਨਾਂ ਦੇ ਹੱਥ 'ਚ ਹੈ। ਜਿੰਨੀ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਹੈ, 92% ਦੂਜਿਆਂ ਵੱਲੋਂ ਵਾਹੀ ਜਾ ਰਹੀ ਹੈ, ਜਿਹੜੇ ਛੋਟਿਆਂ ਦੀ ਠੇਕੇ ਤੇ ਲੈ ਕੇ ਵੱਡੇ ਵੱਡੇ ਖੇਤ ਬਣਾ ਕੇ ਖੇਤੀ ਕਰ ਰਹੇ ਨੇ। ਤਾਂ ਪੰਜਾਬ ਦਾ ਪੂਰਾ ਮਾਡਲ ਹੀ ਛੋਟੇ ਕਿਸਾਨ ਦੇ ਖਿਲਾਫ ਭੁਗਤਦਾ ਹੈ। ਬੜੀ ਇਹ ਵੀ ਵੱਡਾ ਚਿੰਤਾ ਦਾ ਵਿਸ਼ਾ। ਪਰ ਕੋਈ ਵੀ, ਜਿਵੇਂ ਤੁਸੀਂ ਦੱਸਿਆ, 10 ਕਿਸਾਨ ਇਕੱਠੇ ਹੋ ਕੇ ਆਪਣੀ ਇੱਕ ਕੰਪਨੀ ਬਣਾ ਸਕਦੇ ਨੇ, ਉਹਦੇ ਆਪਦੀਆਂ ਫਸਲਾਂ ਦੀ ਖਰੀਦੋ ਫਰੋਖਤ ਜਾਂ ਹੋਰ ਕਰ ਸਕਦੇ ਨੇ, ਕੋਈ ਧੰਦਾ ਸ਼ੁਰੂ ਕਰ ਸਕਦੇ ਨੇ। ਇਹਦੇ ਬਾਰੇ ਕੋਈ ਦੱਸਦਾ ਹੀ ਨਹੀਂ, ਕਿਉਂਕਿ ਕਿਸਾਨ ਨੂੰ ਪਿੰਡਾਂ ਦੇ ਵਿੱਚ ਜਿੰਨਾ ਚਿਰ ਜਾਗਰੂਕ ਵੀ ਨਹੀਂ ਕੀਤਾ ਜਾਂਦਾ, ਤਾਂ ਜਿਹੜੇ ਨੌਜਵਾਨ ਮੁੰਡੇ ਅੱਗੇ ਵਧਣਾ ਚਾਹੁੰਦੇ ਆ, ਜਿਹੜੇ ਕੋਈ ਪੜ੍ਹੇ ਲਿਖੇ ਨੇ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਉਹ ਇਹ ਇਸ ਪਾਸੇ ਨੂੰ ਚੱਲ ਸਕਦੇ ਨੇ। ਪਰ ਅਸੀਂ ਬਹੁਤ ਜ਼ਿਆਦਾ ਪਿੱਛੇ ਜਾ ਚੁੱਕੇ ਹਾਂ। ਜਿਵੇਂ ਤੁਸੀਂ ਇਹ 18 ਸਾਲ ਪੁਰਾਣਾ ਕਾਨੂੰਨ ਹੈ ਜੀ। ਦੇਸ਼ ਦੇ ਵਿੱਚ 10,000 ਕੰਪਨੀਆਂ ਇਸ ਤਰ੍ਹਾਂ ਬਣ ਰਹੀਆਂ, ਅਲੱਗ-ਅਲੱਗ ਰਾਜਾਂ ਦੇ ਵਿੱਚ ਆਲਰੇਡੀ ਬਣ ਚੁੱਕੀਆਂ। ਕਿਸਾਨ ਬਣਾ ਰਹੇ ਨੇ, ਹਾਂ, ਬਣ ਚੁੱਕੇ। ਕੋਈ 5 ਸਾਲ, ਕੋਈ 10 ਸਾਲ ਪੁਰਾਣੀ ਹੈ। ਕਈ ਸਟੇਟਾਂ ਦੇ ਵਿੱਚ ਤਾਂ 1000 ਤੋਂ ਵੱਧ ਨੇ, ਮਹਾਰਾਸ਼ਟਰ ਵਗੈਰਾ 'ਚ, ਮੱਧ ਪ੍ਰਦੇਸ਼ ਵਗੈਰਾ 'ਚ। ਤੇ ਸਰਕਾਰ ਨੇ ਹੁਣ ਅਗਲੇ 5 ਸਾਲਾਂ ਲਈ 10,000 ਹੋਰ ਨਵੀਆਂ ਬਣਾਉਣ ਦਾ ਚੁੱਕਿਆ ਹੈ ਬੀੜਾ, ਤੇ 4800 ਕਰੋੜ ਰੁਪਇਆ ਉਹਨਾਂ ਨੇ ਉਹਦੇ ਵਾਸਤੇ ਰੱਖਿਆ। ਤੇ ਪੰਜਾਬ ਤਾਂ ਇਹ ਸ਼ੁਰੂਆਤ ਵੀ ਨਹੀਂ ਹੋਈ ਲਗਭਗ ਉਸ ਤਰ੍ਹਾਂ ਦਾ ਕੰਮ ਹੈ। ਤਾਂ ਬਿਲਕੁਲ ਜੀ, ਕੁਛ ਆਰਗੈਨਿਕ ਵਾਲੇ ਪਾਸੇ ਕਿਸਾਨ ਕੁਛ ਸ਼ੁਰੂ ਤਾਂ ਹੋਏ ਨੇ, ਪਰ ਉਹ ਜਾਗਰੂਕਤਾ ਹੈ ਨਹੀਂ। ਪੰਜਾਬ ਅਸੀਂ ਬਹੁਤ ਜ਼ਿਆਦਾ ਉਸ ਝੋਨੇ ਤੇ ਕਣਕ ਦੇ ਜਾਲ ਦੇ ਵਿੱਚ ਫਸਿਆ ਹੋਇਆ, ਜਿਹਨੂੰ ਕੱਢਣਾ ਬਹੁਤ ਜ਼ਰੂਰੀ ਆ। ਇਸੇ ਤਰ੍ਹਾਂ ਖੁਦਕੁਸ਼ੀਆਂ ਵੀ, ਇਹ ਸਾਰੇ ਜਿਹੜਾ ਬਰਤਾਂਤ ਹੈ, ਇਹਦਾ ਹੀ ਸਿੱਠਾ ਨੇ। ਜਿਵੇਂ ਹੁਣ ਝੋਨੇ ਦੀ ਜਿਹੜੀ ਲਾਗਤ ਹੈ ਜਾਂ ਕਣਕ ਦੀ ਲਾਗਤ ਆ, ਉਹ ਲਗਾਤਾਰ ਵੱਧ ਰਹੀ ਹੈ। ਪਾਣੀ ਤੇ ਬਿਜਲੀ ਬਹੁਤ ਮਹਿੰਗੀ ਆ ਆਪਣੇ ਪੰਜਾਬ ਦੇ ਵਿੱਚ, ਚਲੋ ਫ੍ਰੀ ਹੋ ਗਈ ਕਿਸਾਨਾਂ ਨੂੰ। ਇਹ ਖੁਦਕੁਸ਼ੀਆਂ ਦੇ ਪਿੱਛੇ ਵੀ ਤੁਸੀਂ ਕੀ ਸਮਝਦੇ ਹੋ ਜਿਹੜੇ ਕਾਰਨ ਨੇ? ਇਹ ਦੇਖੋ, ਖੁਦਕੁਸ਼ੀਆਂ ਮੇਰੇ ਲਈ ਇੱਕ ਕਹਿੰਦੇ ਇੰਗਲਿਸ਼ ਕਹਿੰਦੇ ਸਿੰਪਟਮ ਹੈ, ਇੱਕ ਅਸਲੀ ਕਾਰਨ ਨਹੀਂ ਹੈ। ਇਹ ਤਾਂ ਇੱਕ ਜਾਂ ਕਹਿ ਲਓ ਵੀ ਉਹਦਾ ਸਿੱਟਾ, ਇੱਕ ਵੀ ਜਿਸ ਤਰ੍ਹਾਂ ਦੀ ਆਪਣੀ ਖੇਤੀ ਗੜਬੜ ਹੋ ਚੁੱਕੀ ਹੈ, ਉਹ 'ਚ ਕਿਸਾਨ ਇੰਨਾ ਦੁਖੀ ਹੋ ਚੁੱਕਿਆ, ਉਹ ਆਪਣੇ 5 ਬੰਦਿਆਂ ਦਾ, ਫੈਮਿਲੀ ਮੈਂਬਰ ਦਾ ਪੇਟ ਤੱਕ ਨਹੀਂ ਭਰ ਪਾ ਰਿਹਾ। ਤੇ ਉਹ ਫਿਰ ਕਹਿੰਦਾ ਵੀ ਚਲੋ ਹੱਥ ਧੋ ਲਓ ਜ਼ਿੰਦਗੀ ਤੋਂ। ਇਸ ਕਰਕੇ ਇਹਨੂੰ ਇਹ ਮੰਨ ਲੈਣਾ ਕਿ ਇਹ ਸਮੱਸਿਆ ਨਹੀਂ, ਇਹ ਸਮੱਸਿਆ ਦਾ ਵੱਲ ਇੱਕ ਇਸ਼ਾਰਾ ਕਰਦਾ ਹੈ ਕਿ ਲੱਛਣ ਹੈ, ਬਸ ਲੱਛਣ ਹੈ। ਇਹਦੇ ਪੰਜਾਬ ਦੀ ਜਿਹੜੀ ਜੜ ਕਿਤੇ ਹੋਰ ਹੈ। ਜੜ ਹੈ, ਮੈਂ ਕਹੂੰਗਾ, ਕ੍ਰੌਪਿੰਗ ਪੈਟਰਨ ਦੇ ਵਿੱਚ। ਜੜ ਹੈ ਸਾਡੀ ਪਾਲਿਸੀ ਦੇ ਵਿੱਚ। ਤੁਸੀਂ ਇਹ ਹੈਰਾਨ ਨਹੀਂ ਹੋਗੇ ਸੁਣ ਕੇ ਕਿ ਇੱਕ ਸਟੇਟ ਜਿਹੜਾ ਆਪਣੇ ਆਪ ਨੂੰ ਖੇਤੀ ਦਾ ਸਟੇਟ ਕਹਾਉਂਦਾ ਹੈ, ਉਹ ਪਿਛਲੇ 4.5 ਸਾਲ 'ਚ ਇੱਕ ਪਾਲਿਸੀ ਨਹੀਂ ਬਣਾ ਸਕਿਆ ਖੇਤੀ ਦੇ ਉੱਤੇ। ਡਰਾਫਟ ਤੋਂ ਅੱਗੇ ਨਹੀਂ ਵੱਧ ਸਕਿਆ। ਪਿਛਲੇ ਵਾਰੀ ਵੀ ਉਹ ਡਰਾਫਟ ਤੋਂ ਅੱਗੇ ਨਹੀਂ ਵੱਧ ਸਕਿਆ ਸੀ। ਇਹ ਅਲੱਗ-ਅਲੱਗ ਉਹਨਾਂ ਡਰਾਫਟ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰਤਾ, ਲਾਗੂ ਕਰਨਾ ਸ਼ੁਰੂ ਕਰਤਾ ਤਾਂ। ਪਰ ਇਹ ਸੁਹਿਰਦਤਾ ਹੈ ਸਟੇਟ ਗੌਰਮੈਂਟ ਦੀ ਇਸ ਸੈਕਟਰ ਪ੍ਰਤੀ ਕਿ ਅਸੀਂ ਇੱਕ ਨੀਤੀ ਤੱਕ ਨਹੀਂ ਬਣਾ ਸਕਦੇ। ਅਸੀਂ ਪੇਪਰ 'ਤੇ ਲਿਖ ਕੇ ਨਹੀਂ ਐਗਰੀ ਕਰ ਸਕਦੇ ਕਿ ਅਸੀਂ ਆਹ ਕਰਨਾ ਹੈ। ਤਾਂ ਉਹਨਾਂ 'ਚ ਆਲੂ ਵਾਲੇ ਕਮੇਟੀ ਦਾ ਕੀ ਹਾਲ ਹੋਇਆ? ਉਹਨਾਂ ਨੇ ਪਹਿਲੀ ਰਿਪੋਰਟ 'ਚ ਲਿਖਤਾ ਕਿ ਇਹ ਖੇਤੀ ਦੀ ਜਿਹੜੀ ਬਿਜਲੀ ਦੀ ਸਬਸਿਡੀ ਹੈ, ਇਹਨੂੰ ਜਿੰਨਾ ਤੁਸੀਂ ਬੜਾ ਠੀਕ ਨਹੀਂ ਕਰਦੇ, ਗੱਲ ਬਣਨ ਵਾਲੀ ਨਹੀਂ, ਕਿਉਂਕਿ 10,000 ਕਰੋੜ ਰੁਪਇਆ ਨਿਕਲ ਰਿਹਾ ਤੇ ਜਿਹਨੂੰ ਮਿਲਣੀ ਹੈ ਉਹਨੂੰ ਮਿਲ ਨਹੀਂ ਰਹੀ, ਕਿਉਂਕਿ ਜਿਹਦੇ ਕੋਲ ਵਿਚਾਰਾ ਕੋਈ ਡੀਜ਼ਲ ਇੰਜਣ ਹੈ, ਹੁਣ ਤਾਂ ਖੇਤੀ ਦੀ ਬਿਜਲੀ ਦੀ ਸਬਸਿਡੀ ਦਾ ਕੋਈ ਮਤਲਬ ਨਹੀਂ ਬਣਦਾ। ਤੇ ਜੇ ਇਹਨਾਂ ਗੱਲਾਂ ਨੂੰ ਵੀ ਆਪਾਂ ਪੋਲੀਟੀਕਲੀ ਸੋਚ ਕੇ ਇਹਨਾਂ 'ਤੇ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ, ਫਿਰ ਥੋੜ੍ਹੀ ਜਿਹੜੀ ਲੱਗਦਾ ਵੀ ਖੇਤੀ ਦੀ ਨੀਤੀ ਕਿਵੇਂ ਬਣ ਸਕਦੀ ਹੈ, ਕਿਵੇਂ ਉਹਨੂੰ ਅੱਗੇ ਵਧਾਇਆ ਜਾ ਸਕਦਾ ਹੈ,
ਤੋਂ ਮੈਨੂੰ ਸਭ ਤੋਂ ਵੱਡੀ ਜਿਹੜੀ ਗੱਲ ਲੱਗਦੀ ਹੈ ਕਿ ਰਾਜਨੀਤਿਕ ਇੱਛਾ ਸ਼ਕਤੀ ਖਤਮ ਹੈ ਪੰਜਾਬ 'ਚੋਂ। ਪੰਜਾਬ ਦੀ ਇਕਨੋਮੀ ਨੂੰ ਸੁਧਾਰਨ ਵਾਸਤੇ ਇਹ ਤਾਂ ਖੇਤੀ ਸਭ ਤੋਂ ਵੱਡਾ ਮੁੱਦਾ ਹੈ ਜੀ। ਮਤਲਬ 4.5 ਸਾਲ ਹੋ ਗਏ, 4 ਸਾਲ ਪੰਜਾਬ ਸਰਕਾਰ ਦੇ ਕੋਲ ਕੋਈ ਖੇਤੀਬਾੜੀ ਪਾਲਿਸੀ ਨਹੀਂ ਬਣੀ ਹਜੇ ਤੱਕ। ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਮੈਂ ਤੈਨੂੰ ਹੋਰ ਐਗਜ਼ਾਮਪਲ ਦਿੰਦਾ ਇੱਕ ਪਾਲਿਸੀ ਦੇ ਪੱਖੋਂ। ਜਦੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਆਈ ਤੇ ਪੰਜਾਬ ਨੇ ਕਿਹਾ ਕਿ ਹਾਲਾਂਕਿ ਉਹ ਬਹੁਤ ਵਧੀਆ, ਮੈਂ ਕਹਿੰਦਾ ਪਹਿਲਾਂ ਦੇ ਯੂਪੀਏ ਦੇ ਮੁਕਾਬਲੇ ਵਧੀਆ ਇੰਪਰੂਵਡ ਪਾਲਿਸੀ ਸੀ। ਉਹ ਕਾਫੀ ਕੁਛ ਨਾ ਨਵਾਂ ਵਧਾ ਵੀ ਤੁਸੀਂ ਮੰਡੀ 'ਚ ਫਸਲ ਖਰਾਬ ਹੁੰਦੀ ਉਹਦਾ ਵੀ ਬੀਮਾ ਤੁਸੀਂ ਕਰਾ ਸਕਦੇ ਹੋ, ਪਹਿਲਾਂ ਉਹ ਨਹੀਂ ਸੀਗਾ। ਪੰਜਾਬ ਨੇ ਕੀ ਕੀਤਾ, ਉਹਦੇ 'ਚ ਪ੍ਰੀਮੀਅਮ ਸੀਗਾ ਵੀ ਕਣਕ ਚੌਲ ਦਾ 1.5%, ਕਾਟਨ ਦਾ 2% ਤੇ ਫਸਲਾਂ ਫਰੂਟ ਵੈਜੀਟੇਬਲ ਦਾ ਕੋਈ 5% ਪ੍ਰੀਮੀਅਮ ਸੀਗਾ। ਪੰਜਾਬ ਨੇ ਉਹਨੂੰ ਰਿਜੈਕਟ ਕੀਤਾ ਪਾਲਿਸੀ ਕਿ ਸਾਡੇ ਤਾਂ ਇਹ ਸੂਟ ਹੀ ਨਹੀਂ ਕਰਦੀ, ਸਾਡੇ ਤਾਂ ਫਸਲ ਫੇਲ ਹੀ ਨਹੀਂ ਹੁੰਦੀ, ਅਸੀਂ ਤਾਂ ਆਪਦੀ ਕਾਰਪੋਰੇਸ਼ਨ ਬਣਾਵਾਂਗੇ। ਇਸ ਗਵਰਨਮੈਂਟ ਤੇ ਆਉਣ ਤੋਂ ਬਾਅਦ 17 'ਚ ਕਿਹਾ ਗਿਆ, ਮੈਂ ਵੀ ਉਸ ਸੈਮੀਨਾਰ ਸੀਗਾ ਤੇ ਅੱਜ 4.5 ਸਾਲ ਹੁਣ ਆਏ, ਨਾ ਕਾਰਪੋਰੇਸ਼ਨ ਹੈ ਕਿਤੇ, ਨਾ ਕਿਤੇ ਪਾਲਿਸੀ ਹੈ ਇੰਸ਼ੋਰੈਂਸ ਲਈ, ਤੇ ਸੈਂਟਰ ਵਾਲੀ ਸਾਰੀ ਰਿਜੈਕਟ ਕਰਤੀ। ਜਿਹੜਾ ਹੁਣ ਸੁੰਡੀ ਦਾ ਹਮਲਾ ਹੋਇਆ ਨਰਮੇ ਤੇ, ਜਿਹੜਾ ਜੀਰੀ ਵਿਛੀ ਹੈ ਖੇਤਾਂ ਦੇ ਵਿੱਚ, ਕਿੱਥੋਂ ਆਊ ਇਹਦਾ ਪੈਸਾ? ਇਹ ਸਾਰਾ ਮੈਂ ਤੁਸੀਂ ਕੈਲਕੂਲੇਸ਼ਨ ਕਰਕੇ ਦੇ ਲਓ, 700 ਤੋਂ 800 ਰੁਪਈਆ ਕਿੱਲੇ ਦਾ ਬਣਦਾ ਹੈ ਪ੍ਰੀਮੀਅਮ, ਜਿਹੜਾ ਬਣਦਾ ਕਿਸਾਨ ਨੂੰ, ਜਿਹੜਾ ਕਿਸਾਨ ਨੇ ਭਰਨਾ ਹੈ। ਬਾਕੀ ਸਰਕਾਰ ਭਰਦੀ ਹੈ, ਸੈਂਟਰ ਤੇ ਸਟੇਟ ਮਿਲ ਕੇ। ਜੇ ਅਸੀਂ 700-800 ਰੁਪਈਆ ਵੀ ਸਪੇਅਰ ਨਹੀਂ ਕਰ ਸਕਦੇ ਆਪਦਾ ਕਿੱਲਾ ਕਣਕ ਦਾ ਜਾਂ ਨਰਮੇ ਦਾ ਬਚਾਉਣ ਲਈ, ਫਿਰ ਆਪਾਂ ਕਾਹਦੀ ਗੱਲ ਕਰ ਰਹੇ ਹਾਂ? ਉੱਤੋਂ ਤੁਹਾਡੀ ਸਰਕਾਰ ਅਲਟਰਨੇਟਿਵ ਕੋਈ ਲਿਆ ਨਹੀਂ ਰਹੀ। ਮਰ ਤਾਂ ਕਿਸਾਨ ਰਿਹਾ, ਪਿਸ ਤਾਂ ਕਿਸਾਨ ਰਿਹਾ। ਉਹ ਵੀ ਉਹ ਕਿਸਾਨ ਜਿਹੜੇ 50, 60, 70 ਹਜ਼ਾਰ ਰੁਪਇਆ ਕਿੱਲੇ ਤੇ ਠੇਕੇ ਤੇ ਲੈ ਕੇ ਜ਼ਮੀਨ, ਉਹਦੇ ਤੇ ਨਰਮਾ ਤੇ ਚੌਲ ਤੇ ਕਣਕ ਕਰਨ ਦੀ ਕੋਸ਼ਿਸ਼ ਕਰਨ ਨੇ। ਇਹ ਸਿਰਫ ਮਰਨ ਵੱਲ ਹੀ ਜਾਣ ਦਾ ਤਰੀਕਾ, ਹੋਰ ਕੁਛ ਨਹੀਂ। ਕਿਸਾਨ ਨੂੰ ਮਤਲਬ ਖੂਹ ਸਿੱਟਣ ਵੱਲ ਸਰਕਾਰਾਂ ਜ਼ੋਰ ਲਾ ਰਹੀਆਂ ਨੇ, ਕਿਉਂਕਿ 4 ਸਾਲ 'ਚ ਪੰਜਾਬ ਦੇ ਕੋਲ ਐਡਾ ਵੱਡਾ ਐਗਰੀਕਲਚਰ ਸਟੇਟ ਹੋਵੇ, ਦੇਸ਼ ਨੂੰ ਦਾਨ ਪੜਾਰ ਭਰਨ ਵਾਲਾ ਹੋਵੇ, ਉਹਦੇ ਕੋਲੇ ਕੋਈ ਆਪਦੀ ਪਾਲਿਸੀ ਨਾ ਹੋਵੇ, ਤੇ ਬਹੁਤ ਵੱਡਾ ਇਹ ਚਿੰਤਾ ਦਾ ਵਿਸ਼ਾ ਹੈ। ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਕਿਹਾ ਵੀ ਜਿਹੜੀ ਫਸਲੀ ਬੀਮਾ ਯੋਜਨਾ ਪੰਜਾਬ 'ਚ ਫੇਲ ਹੋਈ, ਸਰਕਾਰਾਂ ਨੇ ਫੇਲ ਕੀਤੀ ਆ। ਨਹੀਂ ਫੇਲ ਨਹੀਂ, ਲਾਗੂ ਹੀ ਨਹੀਂ ਹੋਈ। ਇਹਨਾਂ ਨੇ ਮੁੱਦਾ ਰਿਜੈਕਟ ਕਰਤਾ, ਸਾਡੇ ਤਾਂ ਫਿੱਟ ਹੀ ਨਹੀਂ, ਇਹ ਸਾਡੀ ਤਾਂ ਫਸਲ ਹੀ ਫੇਲ ਨਹੀਂ ਹੁੰਦੀ। ਬਿਲਕੁਲ, ਇਹ ਕਾਲੀ ਭਾਜਪਾ ਸਰਕਾਰ ਨੇ ਹੀ ਇਹਨੂੰ ਮਨਾ ਕਰਤਾ ਸੀ ਕਿ ਜੀ ਨਾ ਪੰਜਾਬ ਗਵਰਨਮੈਂਟ ਨੇ, ਕੈਪਟਨ ਸਰਕਾਰ ਨੇ, ਕੈਪਟਨ ਦੇ ਆਉਣ ਤੋਂ ਬਾਅਦ ਕਿ ਸਾਡੇ ਫਿੱਟ ਨਹੀਂ ਹੁੰਦੀ, ਸਾਡੇ ਤਾਂ ਫਸਲ ਨਹੀਂ ਹੁੰਦੀ, ਅਸੀਂ ਕੋਈ ਪ੍ਰੀਮੀਅਮ ਦਈਏ ਇਹਨਾਂ, ਅਸੀਂ ਤਾਂ ਆਪਦੀ ਲਿਆਵਾਂਗੇ, ਜਿਹੜੇ ਕਿਸਾਨ ਨੂੰ ਹੋਰ ਵੀ ਘੱਟ ਪ੍ਰੀਮੀਅਮ ਦੇਣਾ ਪਵੇ। ਨਾ ਆਪਦੀ ਆਈ, ਨਾ ਉਹਨਾਂ ਦੀ ਲਈ ਗਈ, ਕਿਸਾਨ ਭੁਗਤੀ ਜਾ ਰਿਹਾ ਹੁਣ। ਸਾਹਿਬ, ਤੁਸੀਂ ਬੜੇ ਡਿਟੇਲ ਦੇ ਵਿੱਚ ਚਾਨਣਾ ਪਾ ਰਹੇ ਹੋ ਸਾਡੇ ਦਰਸ਼ਕਾਂ ਨੂੰ, ਕਿਉਂਕਿ ਕਾਫੀ ਸਵਾਲ ਕਿਸਾਨੀ ਦੇ ਨਾਲ ਜੁੜੇ ਨੇ, ਜਿਹੜੇ ਕਿ ਕਿਸੇ ਨੂੰ ਮਤਲਬ ਜ਼ਿਆਦਾਤਰ ਪੰਜਾਬ ਦੇ ਵਿੱਚ ਅਸੀਂ ਅੰਦੋਲਨ ਤਾਂ ਕਰ ਰਹੇ ਹਾਂ, ਅਸੀਂ ਬਾਰਡਰ 'ਤੇ ਜਾ ਕੇ ਲੜਾਈ ਤਾਂ ਲੜ ਰਹੇ ਹਾਂ ਮੋਦੀ ਸਰਕਾਰ ਦੇ ਨਾਲ, ਪਰ ਸਾਡੇ ਨੌਜਵਾਨਾਂ ਨੂੰ ਕੀ, ਜੇ ਕਿਸੇ ਨੂੰ ਪੁੱਛ ਲਿਆ ਵੀ ਜਾਵੇ ਪਿੰਡਾਂ ਦੇ ਵਿੱਚ ਜਾ ਕੇ ਆਮ ਨੌਜਵਾਨਾਂ ਨੂੰ ਵੀ ਇਹ ਹੈ ਕੀ ਨੇ ਕਾਨੂੰਨ, ਤੇ ਕਿਸੇ ਨੂੰ ਸ਼ਾਇਦ ਨਹੀਂ ਪਤਾ ਹੁੰਦਾ। ਸਿਰਫ ਇੰਨਾ ਹੀ ਪਤਾ ਹੁੰਦਾ ਕਿ ਮੋਦੀ ਸਾਡੀ ਸੰਘੀ ਘੁੱਟ ਰਿਹਾ ਹੈ ਨਾ, ਮੋਟੀ ਜੀ। ਜਿੰਨਾ ਚਿਰ ਅਸੀਂ ਜਾਗਰੂਕ ਨਹੀਂ ਹੁੰਦੇ ਵੀ ਸੰਘੀ ਘੁੱਟੀ ਕਿਵੇਂ ਜਾ ਰਹੀ ਆ ਤੇ ਉਹਨੂੰ ਅਸੀਂ ਛਡਾਉਣਾ ਕਿਵੇਂ ਆ, ਤੇ ਦੂਜੇ ਪਾਸੇ ਘੁੱਟਣੀ ਕਿਵੇਂ ਆ, ਕਿਸੇ ਵੀ ਸੰਘਰਸ਼ ਲਈ ਸੋਚ ਵਿਚਾਰ ਕਰਨਾ, ਸਮਝ ਬਣਾਉਣੀ ਸਭ ਤੋਂ ਵੱਡੀ ਗੱਲ ਹੈ। ਸਮਝ ਬਣਾਉਣੀ ਬਹੁਤ ਜ਼ਰੂਰੀ ਆ। ਤੇ ਖੇਤੀ ਕਾਨੂੰਨਾਂ ਦਾ ਜਿਹੜਾ ਹੁਣ ਤੱਕ ਦਾ ਸੰਘਰਸ਼ ਦਾ ਪੜਾਅ ਹੈ ਜੀ, ਇਹ ਜਿੱਥੋਂ ਤੱਕ ਪਹੁੰਚ ਚੁੱਕਿਆ, ਪੰਜਾਬ ਦਾ ਬਹੁਤ ਵੱਡਾ ਨੁਕਸਾਨ ਵੀ ਹੋ ਚੁੱਕਿਆ। ਸਰਕਾਰ ਪੰਜਾਬ ਦੀ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ ਬਾਅਦ ਕਹਿੰਦੇ ਨੇ ਕਿ ਮੈਂ ਭਾਜਪਾ ਦੇ ਹੱਲ ਕਰਾਊਂਗਾ ਇਹ ਮਸਲੇ, ਜਦੋਂ ਕਿ 11 ਮਹੀਨੇ ਤਾਂ ਹੋ ਹੀ ਚੁੱਕੇ ਨੇ, ਉਹ ਵੀ ਮੁੱਖ ਮੰਤਰੀ ਰਹੇ ਨੇ। ਇਸ ਸੰਦਰਭ ਦੇ ਵਿੱਚ ਕੀ ਸਿਆਸਤ ਹੀ ਹੋਣੀ ਹੈ, ਜਾਂ ਕਿਤੇ ਨਾ ਕਿਤੇ ਬੀਜੇਪੀ ਇਸ ਚੋਣਾਂ ਦੇ ਸੰਦਰਭ ਦੇ ਵਿੱਚ ਦੇਖਦੀ ਹੈ ਇਹਨੂੰ? ਦੇਖੋ, ਇਹ ਤਾਂ ਮੈਂ ਕੁਛ ਨਹੀਂ ਕਹਿਣਾ ਚਾਹੂੰਗਾ, ਕਿਉਂਕਿ ਬੜਾ ਇਸ ਤਰ੍ਹਾਂ ਸਿਚੁਏਸ਼ਨ ਬਣੀ ਹੋਈ ਹੈ, ਇਹ ਨਹੀਂ ਪਤਾ ਚੱਲਿਆ ਕੌਣ ਕੀ ਕਰ ਰਿਹਾ ਤੇ ਕਿਹਦੇ ਲਈ ਕਰ ਰਿਹਾ। ਤੋ ਮੈਂ ਤਾਂ ਉੱਦਾਂ ਹੀ ਦੱਸਣਾ ਕਿ ਜੇ ਸਮਝੌਤਾ ਹੁੰਦਾ ਵੀ ਹੈ ਤਾਂ ਇਹ ਲੈ ਦੇ ਕੇ ਕਰਨਾ ਪਊਗਾ, ਕਿਉਂਕਿ ਜਿਸ ਤਰ੍ਹਾਂ ਦੋਨਾਂ ਪਾਸਿਓਂ ਜਿੱਦ ਬਣੀ ਹੋਈ ਹੈ, ਉਹਦੇ ਨਾਲ ਤਾਂ ਹੱਲ ਹੋਣਾ ਨਹੀਂ। ਤੇ ਇਸ ਕਰਕੇ ਇਹ 'ਤੇ ਥੋੜ੍ਹਾ ਜਿਹਾ ਹੋਰ ਸੋਚ ਵਿਚਾਰ ਕਰਕੇ ਆਪਾਂ ਨੂੰ ਦੇਖਣਾ ਚਾਹੀਦਾ ਹਰ ਬਿੱਲ ਦੇ ਵਿੱਚ ਕਿੰਨਾ ਕਿਸਾਨ ਲਈ ਸਮੱਸਿਆ ਹੈ। ਮਤਲਬ ਕਿਤੇ ਨਾ ਕਿਤੇ ਟੇਬਲ ਤਾਂ ਬੈਠਣਾ। ਬਿਲਕੁਲ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਟੇਬਲ ਟਾਕ ਬੰਦ ਹੋ ਚੁੱਕੀ ਹੈ ਪਿਛਲੇ 8-9 ਮਹੀਨਿਆਂ ਤੋਂ। ਇਹ ਦੋਨਾਂ ਪਾਸਿਓਂ ਜਾਂ ਸਰਕਾਰ ਵੱਲੋਂ ਕਹਿ ਲਓ, ਇਹ ਨਹੀਂ, ਇੱਦਾਂ ਨਹੀਂ ਕਰਨਾ ਚਾਹੀਦਾ। ਅਸਲ ਤੁਹਾਡੇ ਬੰਦੇ ਬਾਰਡਰਾਂ 'ਤੇ ਬੈਠੇ ਨੇ, ਬੰਦੇ ਮਰ ਰਹੇ ਨੇ। ਤੁਸੀਂ ਲਖਮੀਰਪੁਰ ਵਰਗੀਆਂ ਘਟਨਾਵਾਂ ਦੇ ਵਿੱਚ ਬਿਲਕੁਲ ਨੁਕਸਾਨ ਹੀ ਹੋਏਗਾ ਕਿਸਾਨਾਂ ਦਾ, ਤੁਸੀਂ ਐਡਾ ਵੱਡਾ, ਕਿਉਂਕਿ ਹਰ ਚੀਜ਼ ਦੇ ਵਿੱਚ ਜਿਹੜਾ ਐਜੀਟੇਸ਼ਨ ਵਾਲੇ ਉਹਨਾਂ ਦਾ ਪੇਸ਼ੈਂਸ ਹੁੰਦਾ, ਇੱਕ ਸਬਰ ਕਿੰਨਾ ਕੁ ਤੁਸੀਂ ਪਰਖੋਗੇ। ਤਾਂ ਜਿੰਨਾ ਜਲਦੀ ਦਾ ਹੱਲ ਲੱਭਿਆ ਜਾਵੇ ਉਹਨਾਂ ਸਾਰਿਆਂ ਲਈ ਚੰਗਾ ਰਹੇਗਾ, ਸਮਾਜ ਲਈ ਚੰਗਾ ਰਹੇਗਾ, ਅਰਥ ਵਿਵਸਥਾ ਲਈ ਚੰਗਾ ਰਹੇਗਾ। ਇਹਨੂੰ ਹੋਰ ਲੰਬਾ ਖਿੱਚਣਾ ਕਿਸੇ ਦੇ ਹਿੱਤ 'ਚ ਨਹੀਂ ਹੈ। ਇਹ ਤੁਸੀਂ ਬੜਾ ਇਹ ਵੀ ਕਿਉਂਕਿ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਪ੍ਰੋਫੈਸਰ ਬਣੀਆਂ ਹੋਈਆਂ ਨੇ ਕਿ ਕਿਤੇ ਨਾ ਕਿਤੇ ਮਸਲਾ ਹੱਲ ਹੋਵੇ, ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਜੇ ਹੋ ਰਿਹਾ ਦੇਸ਼ ਦੇ ਵਿੱਚੋਂ ਤਾਂ ਪੰਜਾਬ ਦਾ ਹੋ ਰਿਹਾ। ਪੰਜਾਬ ਦੇ ਇੱਕ ਪ੍ਰੋਫੈਸਰ ਸਾਹਿਬ ਇਹ ਵੀ ਦੱਸੋ, ਪੰਜਾਬ ਦੀ ਜਿਹੜੀ ਪ੍ਰਤੀ ਕਿਸਾਨ ਆਮਦਨ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ। ਬਿਲਕੁਲ, ਕਿਉਂਕਿ ਲੇਟੈਸਟ ਸਰਵੇ ਆਇਆ ਜਿਹੜਾ 2018-19 ਦਾ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਦਾ, ਉਹ 6 ਸਾਲ ਬਾਅਦ ਆਇਆ। ਪਹਿਲਾਂ 12-13 ਦਾ ਹੁੰਦਾ ਸੀ। ਉਹਦੇ 'ਚ ਵੀ ਬੜੀ ਇੰਟਰਸਟਿੰਗ ਗੱਲ ਪੰਜਾਬ ਦੀ ਜਿਹੜੇ ਲੋਕ ਸਮਝ ਨਹੀਂ ਰਹੇ ਉਹ ਹੈ, ਹਾਲਾਂਕਿ ਆਲ ਇੰਡੀਆ ਲੈਵਲ 'ਤੇ ਜਿਹੜੀ
ਗ੍ਰੋਸ ਇਨਕਮ ਆ ਉਹ 10,000 ਰੁਪਏ ਮਹੀਨਾ ਬਣਦੀ ਹੈ ਇੱਕ ਫਾਰਮਿੰਗ ਹਾਊਸ ਹੋਲਡ ਦੀ। ਜੀ ਤੇ ਨੈਟ ਕਰ ਦਿਓ ਜੋ ਸਾਰੀਆਂ ਲਾਗਤਾਂ ਕੱਢ ਕੇ ਉਹਦੀਆਂ, ਜੀ ਚਾਹੇ ਆਪਦੀ ਫੈਮਿਲੀ ਲੇਬਰ ਹੋ ਇਹ ਤੁਸੀਂ ਕਰੋ ਤਾਂ 8,000 ਤੇ ਆ ਜਾਂਦੀ ਆ ਉਹ ਜੀ ਕੱਟ ਕੇ। ਤੇ ਪੰਜਾਬ ਦੇ ਵਿੱਚ ਹਾਲਾਂਕਿ ਉਹ ਹੈਗੀ ਕੋਈ 20-21,000 ਦੇ ਲਗਭਗ, ਪਰ ਉਹਦਾ ਜੇ ਤੁਸੀਂ ਇੱਕ ਹੋਰ ਲੈਵਲ ਤੇ ਜਾ ਕੇ ਐਨਾਲਿਸਿਸ ਕਰੋ ਵੀ ਕਿੱਲੇ ਚੋਂ ਕੀ ਮਿਲ ਰਿਹਾ ਹੈ, ਜੀ ਤਾਂ ਬਿਲਕੁਲ। ਕਿੱਲੇ ਦੇ ਵਿੱਚੋਂ ਪੰਜਾਬ ਦੀ ਜਿਹੜੀ ਉਪਜ ਹੈ ਉਹ ਬਿਹਾਰ ਨਾਲੋਂ ਘੱਟ ਹੈ। ਅੱਛਾ ਜੀ ਬਿਲਕੁਲ, ਕਿਉਂਕਿ ਪੰਜਾਬ ਦੇ ਵਿੱਚ ਵੱਡੇ ਖੇਤ ਵਾਹੇ ਜਾ ਰਹੇ ਨੇ। ਜੀ ਪੰਜਾਬ ਦੇ ਵਿੱਚ ਔਨ ਐਨ ਐਵਰੇਜ ਕਿਸਾਨ 10 ਕਿੱਲੇ ਵਾਹ ਰਿਹਾ ਹੈ, ਬਿਹਾਰ ਦੇ ਵਿੱਚ ਉਹ 2.5 ਕਿੱਲੇ ਵਾਹ ਰਿਹਾ ਹੈ। ਤਾਂ ਜੇ ਉਹਨੂੰ ਹੋਰ 4 ਤੇ ਵੰਡ ਦਿਓਗੇ ਤੁਸੀਂ, ਉਹ 5 ਤੇ ਆ ਗਈ, ਤੇ ਬਿਹਾਰ ਵਾਲਾ 6 ਕਮਾ ਰਿਹਾ ਇਹਦੇ 'ਚੋਂ। ਤਾਂ ਇਹ ਜਿਹੜਾ ਤਰੀਕਾ ਦੇਖਣ ਦਾ ਕਿ ਇੱਕ ਹਾਊਸ ਹੋਲਡ ਦੀ, ਘਰ ਦੀ, ਖੇਤੀ ਵਾਲੇ ਘਰ ਦੀ ਕਿੰਨੀ ਆਮਦਨ ਹੈ ਮਹੀਨੇ ਦੀ, ਉਹਦੇ ਨਾਲ ਬਿਹਤਰ ਜਾਂ ਜ਼ਿਆਦਾ ਜਿਹੜੀ ਢੁਕਵੀਂ ਗੱਲ ਹੈ ਉਹ ਇਹ ਹੈ ਕਿ ਕਿੱਲੇ 'ਚੋਂ ਕੀ ਬਣ ਰਿਹਾ ਹੈ। ਇਸ ਕਰਕੇ ਮੈਂ ਪੰਜਾਬ ਜਿਹੜੀ ਖੇਤੀ ਹੋ ਰਹੀ ਤੁਹਾਨੂੰ ਪੈਸਾ ਨਹੀਂ ਦੇ ਰਹੀ, ਪਰ ਅਸੀਂ ਸਾਰੇ ਉਹ 'ਚ ਲੱਗੇ ਹੋਏ ਹਾਂ, ਉਹਦੇ ਨਾਲ ਤੁਹਾਡਾ ਕੁਝ ਨਹੀਂ ਬਣਨਾ। ਕਣਕ ਚੌਲ ਦੇ ਵਿੱਚ ਪੰਜਾਬ ਦਾ ਫਿਊਚਰ ਨਹੀਂ ਹੈਗਾ। ਇਹ ਸਿਰਫ ਪਰਾਲੀ ਦੀ ਗੱਲ ਕਰਕੇ ਪਰਾਲੀ ਦੀ ਜਲਨ ਨੂੰ ਕਿਵੇਂ ਰੋਕਣਾ, ਇਹਦੇ ਨਾਲ ਪੰਜਾਬ ਦੀ ਸਮੱਸਿਆ ਖੇਤੀ ਦੀ ਹੱਲ ਨਹੀਂ ਹੋਣੀ। ਇਹ ਤਾਂ ਮੈਂ ਕਹਿੰਦਾ ਧੂੰਆਂ ਹੀ ਹੈ, ਧੂੰਆਂ ਬੰਦ ਕਰ ਲਓ, ਅੱਗ ਲੱਗੀ ਰਹੂ ਨੀਚੇ। ਅੱਗ ਕਿਵੇਂ ਬੁਝਾਉਣੀ ਹੈ, ਜਿਹੜੀ ਖੇਤੀ ਦੇ ਸੰਕਟ ਦੀ ਅੱਗ ਹੈ ਉਹਦੇ ਲਈ ਵੱਡੇ ਉਪਰਾਲੇ ਕਰਨੇ ਪੈਣਗੇ। ਇਹ ਹੈਪੀ ਸੀਡਰ ਨੇ ਉਹਨੂੰ ਹੱਲ ਨਹੀਂ ਕਰਨਾ। ਬਿਲਕੁਲ, ਹੁਣ ਤਾਂ ਸਰਕਾਰ ਨੇ ਆਰਡਰ ਹੀ ਕਰਤੇ ਜੀ ਵੀ ਜੇ ਹੈਪੀ ਸੀਡਰ ਤੋਂ ਬਣਾਓ ਤੁਸੀਂ, ਉਹ ਨਹੀਂ ਅਸੀਂ ਖਰੀਦਣਾ ਨਹੀਂ, ਹੈ ਨਾ। ਨਹੀਂ ਉਹ ਦੇਖੋ ਤੁਸੀਂ, ਮੈਂ ਡਾਟਾ ਪੜ੍ਹ ਰਿਹਾ ਸੀ, 1,000 ਕਰੋੜ ਰੁਪਇਆ ਸੈਂਟਰ ਕੋਲੋਂ ਆ ਚੁੱਕਿਆ ਉਹਦੇ ਪਿਛਲੇ 3-4 ਸਾਲਾਂ 'ਚ ਜੀ। 1 ਲੱਖ ਮਸ਼ੀਨ ਪੰਜਾਬ ਦਿੱਤੀ ਜਾ ਚੁੱਕੀ ਹੈ, ਚਾਹੇ ਹੈਪੀ ਸੀਡਰ ਹੋਵੇ, ਚਾਹੇ ਸੁਪਰ ਸੀਡਰ ਹੋਵੇ, ਚਾਹੇ ਬੜੇ ਵੱਡੇ ਘਟਾਲੇ ਉਹਦੇ ਵਿੱਚ ਘਟਾਲੇ ਹੋਣ। ਤੇ ਕਿੰਨਾ ਏਰੀਆ ਜਲਾਉਣ ਤੋਂ ਬਾਹਰ ਆਇਆ? ਕੁਛ ਨਹੀਂ, 5% 7%। ਤੇ ਕੰਪਨੀਆਂ ਨੂੰ ਹਾਂ, ਤੇ ਮੁਨਾਫਾਖੋਰੀ ਮੈਂ ਤਾਂ ਹਮੇਸ਼ਾ ਇਹ ਮੰਨਦਾ ਕਿ ਜਿੰਨਾ ਚਿਰ ਪੰਜਾਬ ਜੀਰੀ ਤੋਂ ਪਿੱਛਾ ਨਹੀਂ ਛਡਾਉਂਦਾ, ਪੰਜਾਬ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਇਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਵੀ ਪਰਾਲੀ ਜਲਾਉਣੀ ਬੰਦ ਕਰਾਉਣੀ, ਇਹ ਬੰਦ 100% ਬੰਦ ਵੀ ਹੋ ਜੇ, ਪੰਜਾਬ ਦੇ ਕਿਸਾਨ ਨੇ ਫਿਰ ਮਰਦੇ ਰਹਿਣਾ ਜਿੰਨਾ ਚਿਰ ਅਸੀਂ ਕਣਕ ਚੌਲ ਤੋਂ ਪਿੱਛਾ ਨਹੀਂ ਛਡਾਉਂਦੇ। ਵੈਸੇ ਸਾਹਿਬ ਇਹ ਕਾਫੀ ਤੁਸੀਂ ਡੂੰਘਾਈ ਦੇ ਵਿੱਚ ਦੱਸਿਆ ਹੈ। ਸਵਾਲ ਤਾਂ ਹੋਰ ਵੀ ਬਹੁਤ ਨੇ ਪੰਜਾਬੀਆਂ ਨੂੰ, ਕਿਉਂਕਿ ਪੰਜਾਬ ਕਿੱਧਰ ਨੂੰ ਜਾ ਰਿਹਾ। ਸਾਨੂੰ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੇ ਲਈ ਇਹ ਸਾਰਾ ਕੁਝ ਜਾਲ ਆ ਜਿਹੜਾ ਇਹ ਵਿਛਾਇਆ ਗਿਆ ਹੁਣ ਤੱਕ, ਝੋਨਾ ਤੇ ਕਣਕ। ਅਸੀਂ ਉਹ 'ਚੋਂ ਨਿਕਲਣਾ ਨਹੀਂ ਚਾਹੁੰਦੇ। ਇਹ ਮਿੱਠਾ ਸਾਨੂੰ ਜਿਹੜਾ ਜ਼ਹਿਰ ਹੈ ਇਹ ਦਿੱਤਾ ਜਾ ਰਿਹਾ। ਲਗਾਤਾਰ ਤੁਸੀਂ ਇਹਦੇ ਉੱਤੇ ਚਾਨਣਾ ਅੱਗੇ ਤੋਂ ਵੀ ਪਾਉਂਦੇ ਰਿਹਾ ਕਰੋਗੇ। ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ ਤੁਹਾਡਾ ਪੈਸਾ ਬਹੁਤ ਬਹੁਤ ਧੰਨਵਾਦ। ਸਮਾਂ ਥੋੜ੍ਹਾ ਸੀ, ਗੱਲਾਂ ਬਹੁਤ ਨੇ, ਅਤੇ ਸਾਡੇ ਦਰਸ਼ਕ ਤੁਹਾਨੂੰ ਇਹਦੀ ਫੀਡਬੈਕ ਜ਼ਰੂਰ ਭੇਜਣਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਸਟੂਡੀਓ 'ਚ ਹੋਏ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਤਾਂ ਇਹ ਸਨ ਪ੍ਰੋਫੈਸਰ ਸੁਖਪਾਲ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪੰਜਾਬੀਆਂ ਨੂੰ ਸੁਚੇਤ ਕੀਤਾ ਕਿ ਕਣਕ ਦੇ ਝੋਨੇ ਦੇ ਜਾਲ 'ਚੋਂ ਨਿਕਲ ਜਾਓ ਜੇ ਪੰਜਾਬ ਬਚਾਉਣਾ ਹੈ, ਨਹੀਂ ਤਾਂ ਸਰਕਾਰਾਂ ਸੰਘੀ ਘੁੱਟਣ ਲਈ ਤਿਆਰ ਬੈਠੀਆਂ ਨੇ। ਅਤੇ ਅਸੀਂ ਆਪਣਾ ਸਾਰਾ ਕੁਛ, ਸਾਡਾ ਪਾਣੀ ਅਤੇ ਸਾਡਾ ਸਾਰੇ ਸਾਧਨ, ਕਿਉਂਕਿ ਪੰਜਾਬ ਦੀ ਆਮਦਨ ਹੈ ਜਿਹੜੀ ਪੰਜਾਬ ਦੇ ਕਿਸਾਨ ਦੀ ਜਿਹੜੀ ਆਮਦਨ ਹੈ, ਪ੍ਰਤੀ ਕਿਸਾਨ ਆਮਦਨ ਹੈਗੀ ਹੈ, ਉਹ ਬਿਹਾਰ ਦੇ ਕਿਸਾਨ ਨਾਲੋਂ ਵੀ ਘੱਟ ਗਈ ਹੈ। ਮਤਲਬ ਸਾਡੇ ਹਾਲਾਤ ਨੇ ਜਿਹੜੇ ਉਹ ਬਿਹਾਰ ਤੋਂ ਵੀ ਮਾੜੇ ਹੁੰਦੇ ਜਾ ਰਹੇ ਨੇ, ਅਤੇ ਸਾਨੂੰ ਜਾਗਣਾ ਪਊਗਾ। ਸਾਡੇ ਪੰਜਾਬੀਆਂ ਨੂੰ ਸਮਝਣਾ ਪਊਗਾ ਵੀ ਜੜ ਕਿੱਥੇ ਹੈ। ਜਿਹੜੀ ਜ਼ਹਿਰ ਹੈ ਉਹਨੂੰ ਮਾਰਨ ਦੇ ਲਈ ਸਾਨੂੰ ਜ਼ਹਿਰ ਬਣਨਾ ਪਊਗਾ। ਤਕੜੇ ਫੈਸਲੇ ਲੈਣੇ ਪੈਣਗੇ, ਫਿਰ ਹੀ ਅਸੀਂ ਨਿਕਲ ਸਕਾਂਗੇ। ਜਿਹੜੇ ਮੋਦੀ ਦੇ ਕਾਲੇ ਕਾਨੂੰਨ, ਜਿਹੜੇ ਦੋਸ਼ ਲਾਉਣੇ ਆ ਅਸੀਂ ਵੀ ਇਹ ਕਾਲੇ ਕਾਨੂੰਨ ਨੇ, ਸਾਨੂੰ ਉਹਨਾਂ ਨੂੰ ਸਮਝਣਾ ਪਊਗਾ ਵੀ ਉਹ ਕਾਨੂੰਨ ਹੈ ਕਿੱਥੇ ਨੇ, ਕਿੱਥੇ ਬਿਮਾਰੀ ਹੈ। ਅਤੇ ਇਸ ਅੰਦੋਲਨ ਦਾ ਜਿਹੜਾ ਹੱਲ ਹੈ, ਪ੍ਰੋਫੈਸਰ ਸੁਖਪਾਲ ਸਿੰਘ ਜਿਹੜੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਸਭ ਤੋਂ ਵੱਡੇ ਜਿਹੜਾ ਸਾਡੇ ਦੇਸ਼ ਦਾ ਸੰਸਥਾਨ ਹੈ, ਉਹਦੇ ਕਿਸਾਨੀ ਮੁੱਦਿਆਂ ਦੇ ਉੱਤੇ ਸਮਝ ਰੱਖਦੇ ਨੇ, ਸਭ ਤੋਂ ਵੱਡੇ ਪ੍ਰੋਫੈਸਰ ਨੇ, ਬੁੱਧੀਜੀਵੀ ਨੇ, ਐਕਸਪਰਟ ਨੇ, ਅਤੇ ਜਿਹੜੇ ਕਿ ਆਪ ਖੁਦ ਕਿਸਾਨ ਨੇ। ਉਹ ਕਹਿੰਦੇ ਨੇ ਜੇ ਇਸ ਮੁੱਦੇ ਦਾ ਹੱਲ ਕਰਨਾ ਹੈ ਤਾਂ ਬੈਠ ਕੇ ਹੋ ਸਕਦਾ ਹੈ। ਬੈਠਣਾ ਪਊਗਾ ਦੋਵੇਂ ਧਿਰਾਂ ਨੂੰ। ਜਿੰਨਾ ਚਿਰ ਗੱਲਬਾਤ ਨਹੀਂ ਸ਼ੁਰੂ ਹੁੰਦੀ ਉਹਨਾਂ ਚਿਰ ਇਹਦਾ ਕੋਈ ਨਿਚੋੜ ਨਹੀਂ, ਕਿਉਂਕਿ ਸਰਕਾਰ ਵੀ ਝੁਕਣ ਲਈ ਤਿਆਰ ਨਹੀਂ ਹੈ ਅਤੇ ਕਿਸਾਨ ਵੀ ਝੁਕਣ ਲਈ ਤਿਆਰ ਨਹੀਂ ਹੈ ਵਿਚਾਲੜਾ। ਕਿਉਂਕਿ ਜਿਹੜੀਆਂ ਨੁਕਸ ਨੇ, ਜਿਹੜੇ ਕਾਨੂੰਨ ਵਾਪਸ ਲੈਣ ਵਾਲੇ ਬਣਦੇ ਨੇ, ਉਸ ਵਾਪਸ ਸਰਕਾਰ ਨੂੰ ਮੰਨਣਾ ਚਾਹੀਦਾ ਲੈਣ ਦੇ ਲਈ। ਅਤੇ ਜਿਹੜੇ 2 ਕਾਨੂੰਨ ਜਿਹੜੇ ਠੀਕ ਨੇ, ਜਿਨ੍ਹਾਂ ਦੇ ਵਿੱਚ ਕੁਝ ਸੋਧਾਂ ਕਰਨੀਆਂ ਹੀ ਲੋੜੀਂਦੀਆਂ ਨੇ, ਜਿਹੜੇ ਪੁਰਾਣੇ ਚੱਲੇ ਆ ਰਹੇ ਨੇ, ਅਤੇ 2.5 ਕਾਨੂੰਨ ਉਹਨਾਂ ਦਾ ਕਹਿਣਾ ਹੈ, ਅਤੇ ਉਹਨਾਂ ਦੇ ਵਿੱਚ ਸੋਧ ਲਈ ਕਿਸਾਨਾਂ ਨੂੰ ਤਿਆਰ ਰਹਿਣਾ ਚਾਹੀਦਾ। ਅਤੇ ਐਕਸਪਰਟ ਜਿਹੜੇ ਪੰਜਾਬ ਦੇ ਸਮਝ ਰੱਖਦੇ ਨੇ ਉਹਨਾਂ ਨੂੰ ਇਹਦੇ ਉੱਤੇ ਅੱਗੇ ਆਉਣਾ ਚਾਹੀਦਾ, ਕਿਉਂਕਿ ਸਿਆਸੀ ਬੰਦੇ ਸਿਰਫ ਸਿਆਸਤ ਕਰਦੇ ਨੇ। ਸਿਆਸਤਦਾਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਅਤੇ ਆਪਣੇ ਮੁੱਦਿਆਂ ਨੂੰ ਹੱਲ ਕਰਾਉਣ ਦੇ ਲਈ ਗੱਲਬਾਤ ਦਾ ਜਿਹੜਾ ਦੌਰ ਹੈ ਉਹ ਦੁਬਾਰਾ ਸ਼ੁਰੂ ਕਰਨਾ ਪਊਗਾ, ਅਤੇ ਪੰਜਾਬੀਆਂ ਨੂੰ ਜਾਗਣਾ ਪਊਗਾ। ਪੰਜਾਬ ਦੇ ਕੋਲ 4.5 ਸਾਲ ਹੋ ਗਏ ਨੇ, ਆਪਣੀ ਖੇਤੀਬਾੜੀ ਪਾਲਿਸੀ ਨਹੀਂ ਹੈ, ਜਿਹੜੀ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਕੈਪਟਨ ਅਮਰਿੰਦਰ ਸਿੰਘ
ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਮੈਂ 98% ਵਾਅਦੇ ਪੂਰੇ ਕਰਤੇ। ਜੇ ਤੁਹਾਡੇ ਤੋਂ 4.5 ਸਾਲ ਦੇ ਵਿੱਚ ਇੱਕ ਖੇਤੀਬਾੜੀ ਪਾਲਿਸੀ ਨਹੀਂ ਬਣੀ, ਤੁਹਾਡਾ ਖੇਤੀਬਾੜੀ ਸੂਬਾ ਹੈ ਸਭ ਤੋਂ ਵੱਡੇ ਦੇਸ਼ ਦਾ, ਢਿੱਡ ਭਰਦਾ ਜਿਹੜਾ, ਤੇ ਉਹਦੇ ਲਈ ਤੁਸੀਂ ਖੇਤੀਬਾੜੀ ਪਾਲਿਸੀ ਨਹੀਂ ਬਣਾ ਸਕੇ, ਤੁਸੀਂ ਕਿਸਾਨਾਂ ਦੇ ਅਤੈਸ਼ੀ ਕਿਵੇਂ ਹੋ ਸਕਦੇ ਹੋ? ਕਰਜ਼ਾ ਕੁਰਕੀ ਮਾਫ ਕਰਨ ਦੇ ਤੁਸੀਂ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਹ ਤੁਹਾਡੇ ਫੇਲ ਹੋ ਚੁੱਕੇ ਨੇ। ਇਹ ਬੜੀ ਚਿੰਤਾ ਦਾ ਵਿਸ਼ਾ ਪੰਜਾਬੀਓ, ਜਾਗਣਾ ਪਊਗਾ। ਆਉਣ ਵਾਲੀਆਂ 2022 ਦੀਆਂ ਚੋਣਾਂ ਸਿਰ ਤੇ ਨੇ, ਸਾਨੂੰ ਸਵਾਲ ਪੁੱਛਣੇ ਪੈਣਗੇ ਤੇ ਅਸੀਂ ਆਪਣੇ ਹੱਕਾਂ ਦੇ ਲਈ ਲੜਾਂਗੇ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਕੈਮਰਾਮੈਨ ਦੀਪਕ ਤੇ ਪਾਂਡੇ ਜੀ ਹੋਰਾਂ ਦੇ ਨਾਲ ਨਿਰਮਲ ਸਿੰਘ ਮਾਨਸ਼ਈਆ ਦੀ ਬਿਊਰੋ ਰਿਪੋਰਟ, ਚੰਡੀਗੜ੍ਹ।